ਲੋੜੀ। ਸੋ ਗੁਰੂ ਸਾਧ ਸੰਗਤ ਜੀ ਆਪ ਜੀ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਗੁਰੂ ਇਤਿਹਾਸ ਬੜੇ ਪ੍ਰੇਮ ਪਿਆਰ ਸ਼ਰਧਾ ਭਾਵਨਾ ਸਰਵਣ ਕਰਾਉਣਗੇ 1 ਘੰਟੇ ਲਈ 7:30 ਵਜੇ ਤੱਕ। ਤੋਂ ਆਪ ਸੰਗਤਾਂ ਨੇ ਇੱਕ ਮਨ ਚਿੱਤ ਹੋ ਕੇ ਗੁਰੂ ਜਸ ਸਰਵਣ ਕਰਨਾ। ਕੱਲ੍ਹ ਨੂੰ ਨਾਨਕ ਸ਼ਾਹੀ ਸੰਮਤ 554 554 ਨਵੇਂ ਸਾਲ ਦੀ ਸ਼ੁਰੂਆਤ ਹੋਵੇਗੀ। ਇਸ ਸੰਬੰਧ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ ਉਲੀਕਿਆ ਗਿਆ। ਸ਼ਾਮ ਨੂੰ 5 5:30 ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਵਿਸ਼ੇਸ਼ ਦੀਵਾਨ ਸਜ ਰਹੇ ਹਨ। ਅਤੇ ਆਪ ਸੰਗਤਾਂ ਨੇ ਜ਼ਰੂਰ ਕਿ ਜਨਵਰੀ ਵਾਲਾ ਵੀ ਜੋ ਸਾਲ ਆਪਣਾ ਉਹ ਵੀ ਆਪਣੇ ਵਾਸਤੇ ਗੁਰੂ ਮਹਾਰਾਜ ਦੇ ਹੁਕਮ ਅੰਦਰ ਹੀ, ਭਾਵੇਂ ਆਪਾਂ ਭਾਸ਼ਾ ਜਾਂ ਕੰਟਰੀਆਂ ਮੁਤਾਬਕ ਵੱਖਰਾ ਮੰਨ ਲਈਏ, ਪਰ ਉਹ ਵੀ ਸਾਡੇ ਵਾਸਤੇ ਇਹੀ ਆ। ਇਸ ਕਰਕੇ ਕੱਲ੍ਹ ਨੂੰ ਉਦਮ ਕਰਿਓ ਕਿ 12 ਵਜੇ ਆਪਾਂ ਨਵੇਂ ਸਾਲ ਨਾਨਕ ਸ਼ਾਹੀ ਸੰਮਤ ਨੂੰ ਮਨਾਉਣ ਦੀ ਕਿਰਪਾਲਤਾ ਕਰੀਏ, ਤਾਂ ਕਿ ਆਉਣ ਵਾਲੇ ਸਮੇਂ 'ਚ ਅਕਾਲ ਪੁਰਖ ਵਾਹਿਗੁਰੂ ਸਮੁੱਚੇ ਸੰਸਾਰ ਸੁੱਖ ਸ਼ਾਂਤੀ ਸੁਭਾਅ ਦੇ ਭਲੇ ਦੀ ਜਾਚਨਾ ਕਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਮੇਲੋ ਰੁਖ ਸਦ ਜਬ ਪਿਓ, ਚੜ੍ਹਤੀ ਚੜ੍ਹਾਏ ਦਰਬਾਰ। ਬੰਦੀ ਸੋ ਮੰਗੇ ਅਧ ਹਿੱਸਾ, ਤੁਰਕਨ ਕਰੀ ਸਹਾਰੇ। ਮੇਲੋ ਰੁਖ ਸਦ ਜਬ ਪਿਓ, ਚੜ੍ਹਤੀ ਚੜ੍ਹਾਏ ਦਰਬਾਰ। ਬੰਦੀ ਸੋ ਮੰਗੇ ਅਧ ਹਿੱਸਾ, ਤੁਰਕਨ ਕਰੀ ਸਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ
ਹਾਜ਼ਰਾ ਹਜੂਰ ਸਰਬ ਕਲਾ ਭਰਪੂਰ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜੂਰੀ ਦੇ ਅੰਦਰ ਜੁੜ ਬੈਠੇ ਸਾਧ ਸੰਗਤ ਜੀ, ਸਤਿਗੁਰੂ ਦੀ ਕਿਰਪਾ ਰਹਿਮਤ ਸਦਕਾ ਸੰਧਿਆ ਸਮੇਂ ਇਤਿਹਾਸ ਦੀ ਲੜੀਵਾਰ ਕਥਾ ਅੰਦਰ ਹਾਜ਼ਰੀ ਭਰਨ ਵਾਸਤੇ ਸਮਾਂ ਪ੍ਰਾਪਤ ਹੋਇਆ ਹੈ। ਸਮੇਂ ਨੂੰ ਸਫਲਾ ਕਰੀਏ। ਬੇਨਤੀ ਹੈ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰ ਕਰਦੇ ਹੋਏ ਰਸਨਾ ਪਵਿੱਤਰ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੇਲੋ ਰੁਖਸਤ ਜਬ ਭਿਓ, ਚੜਤੀ ਚੜਾਏ ਦਰਬਾਰ। ਬੀਤੇ ਦਿਨੀ ਲੜੀਵਾਰ ਇਤਿਹਾਸ ਦੀ ਕਥਾ ਅੰਦਰ ਸਰਵਣ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ 700 ਗੁਰੂ ਕੇ ਸਿੰਘ ਦਿੱਲੀ ਜਾ ਕਰਕੇ ਸ਼ਹਾਦਤਾਂ ਦੇ ਜਾਮ ਪੀਂਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਖਾਲਸੇ ਨੇ ਕਾਫੀ ਸੰਘਰਸ਼ ਕੀਤਾ, ਪਰ ਫਿਰ ਵੀ ਖਾਲਸਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜਿਆ ਪੰਥ ਜੁਗੋ ਜੁਗ ਅਟਲ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਿੱਖੀ ਕਦੇ ਖਤਮ ਨਹੀਂ ਹੋ ਸਕਦੀ, ਕਿਉਂਕਿ ਸਿੱਖੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਇਹ ਸਿੱਖੀ ਦਾ ਬੂਟਾ ਲਾਇਆ ਹੈ। ਪਰ ਫਿਰ ਵੀ ਸਮੇਂ-ਸਮੇਂ ਸਿਰ ਸਰਕਾਰਾਂ ਵੱਲੋਂ, ਹਕੂਮਤਾਂ ਵੱਲੋਂ ਚਾਲਾਂ ਖੇਡੀਆਂ ਜਾਂਦੀਆਂ। ਉਸ ਵਕਤ ਵੀ ਇਹ ਚਾਲ ਖੇਡੀ ਗਈ ਕਿ ਸਿੱਖਾਂ ਦੇ ਅੰਦਰ ਝਗੜਾ ਪੈਦਾ ਕਰ ਦਿੱਤਾ ਜਾਵੇ। ਉਸ ਵਕਤ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹਾਦਤ ਤੋਂ ਬਾਅਦ ਕੁਝ ਕੇ ਉਹਨਾਂ ਦੇ ਪੈਰੋਕਾਰ ਰਹਿ ਗਏ, ਉਹਨਾਂ ਨੂੰ ਮੁਗਲ ਹਕੂਮਤ ਨੇ ਥੋੜੀ ਜਿਹੀ ਸਹਾਇਤਾ ਦੇ ਦਿੱਤੀ ਤੇ ਖਾਲਸੇ ਦੇ ਵਿਰੁੱਧ ਭੜਕਾ ਦਿੱਤਾ। ਹੁਣ ਸਮਾਂ ਆਇਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਕਾ ਖਾਲਸਾ ਪੰਥ ਇਕੱਠੇ ਹੋਇਆ, ਜੋੜ ਮੇਲਾ ਮਨਾਇਆ ਗਿਆ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਅੰਦਰ ਮਾਇਆ ਦਾ ਬਹੁਤ ਜ਼ਿਆਦਾ ਚੜਾਵਾ ਆਇਆ। ਬੰਦੀ ਸੋ ਮੰਗੇ ਅਧ ਹਿੱਸਾ, ਤੁਰਕਨ ਕਰੀ ਸਹਾਰ। ਵਿਵਾਦ ਪੈਦਾ ਕਰਨ ਵਾਸਤੇ ਮੁਗਲ ਹਕੂਮਤ ਨੇ ਬੰਦਈ ਸਿੱਖਾਂ ਨੂੰ ਇਹ ਸਹਾਇਤਾ ਕੀਤੀ ਕਿ ਤੁਸੀਂ ਹਰਮੰਦਰ ਸਾਹਿਬ ਦੇ ਚੜਾਵੇ ਦੇ ਵਿੱਚੋਂ ਅੱਧਾ ਹਿੱਸਾ ਇਹਦੀ ਮੰਗ ਕਰੋ, ਕਿ ਜੋ ਜਿਤਨਾ ਵੀ ਚੜਾਵਾ ਹਰਮੰਦਰ ਸਾਹਿਬ ਚੜਿਆ ਹੈ ਉਹਦੇ ਵਿੱਚੋਂ ਅੱਧੇ ਹਿੱਸੇ ਤੇ ਹੱਕ ਬੰਦਈ ਸਿੱਖਾਂ ਦਾ ਹੈ। ਇਸ ਤਰ੍ਹਾਂ ਮੁਗਲਾਂ ਨੇ ਬੰਦਈ ਸਿੱਖਾਂ ਨੂੰ ਖਾਲਸੇ ਪੰਥ ਦੇ ਵਿਰੁੱਧ ਭੜਕਾ ਦਿੱਤਾ। ਚੌਪਈ ਹੁਤੋ ਦਰੋਗਾ ਤੁਰਕਨ ਜੋਈ। ਤੇ ਜਿਹੜਾ ਉਸ ਵਕਤ ਖਾਲਸਾ ਜੀ ਮੁਗਲ ਹਕੂਮਤ ਦਾ ਫੌਜਦਾਰ ਥਾਣੇਦਾਰ ਸੀ, ਕਹਿ ਲਾਲਚ ਕੀਓ ਆਪਣੋ ਤੋਈ। ਉਹ ਤਾਂ ਆਪਣੇ ਲਾਲਚ ਵਸ ਹੋ ਕਰਕੇ ਇਹ ਗੱਲ ਕਰ ਰਹੇ ਸਨ ਕਿ ਉਦਾਂ ਤੇ ਸਿੱਖਾਂ ਨੂੰ ਖਤਮ ਕਰਨਾ ਨਾਮੁਮਕਿਨ ਹੈ, ਪਰ ਜੇ ਆਪਸ ਦੇ ਵਿੱਚ ਪਾਟ ਜਾਣਗੇ, ਆਪਸ ਦੇ ਵਿੱਚ ਹੀ ਲੜ ਜਾਣਗੇ ਤਾਂ ਫਿਰ ਇਹ ਖਤਮ ਹੋ ਜਾਣਗੇ। ਇਸ ਤਰ੍ਹਾਂ ਉਹਨਾਂ ਨੇ ਇਹ ਝਗੜਾ ਪੈਦਾ ਕਰ ਦਿੱਤਾ। ਸੋ ਵਧਾਵਨ ਲਾਗੋ ਲਾਗ। ਤੇ ਜਿਹੜਾ ਮੁਗਲ ਹਕੂਮਤ ਦਾ ਥਾਣੇਦਾਰ ਸੀ ਉਹ ਕਹਿਣ ਲੱਗੇ ਇਸ ਅੱਗ ਨੂੰ ਲਗਾ ਰਿਹਾ ਸੀ, ਗੱਲ ਨੂੰ ਭੜਕਾ ਰਿਹਾ ਸੀ। ਇਹ ਲੜ ਮਰੇ ਤਾਂ ਹਮ ਬਣੇ ਕਾਗ। ਤੇ ਸੋਚਣ ਲੱਗੇ ਵੀ ਜਦੋਂ ਬੰਦਈ ਸਿੱਖ ਤੇ ਤਤ ਖਾਲਸੇ ਆਪਸ ਦੇ ਵਿੱਚ ਝਗੜਾ ਕਰਨਗੇ, ਲੜਨਗੇ, ਮਰ ਜਾਣਗੇ, ਇਹਨਾਂ ਦੇ ਮਰਨ ਤੋਂ ਬਾਅਦ ਫਿਰ ਕਬਜ਼ਾ ਮੁਗਲ ਹਕੂਮਤ ਦਾ ਤੁਰਕਾਂ ਦਾ ਆ ਜਾਵੇਗਾ। ਹੁਣ ਹਰ ਟੁਕ ਬੰਦੀਆਂ ਨੇ ਆਈ। ਸੋ ਇਸ ਕਰਕੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਝਗੜਾ ਤੇ ਉਹਨਾਂ ਨੇ ਪਾਇਆ, ਬੰਦਈ ਸਿੱਖਾਂ ਨੂੰ ਭੜਕਾਇਆ, ਪਰ ਇਹ ਸੱਚ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਮਕਾਉਣਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੇ ਉੱਤੇ ਵਾਧੀ ਕਰਨ ਵਾਲਿਆਂ ਦਾ ਨਾਮੋ ਨਿਸ਼ਾਨ ਵੀ ਨਹੀਂ ਰਹਿੰਦਾ। ਕਹਿੰਦੇ ਜਿਹੜੇ ਗੁਰੂ ਖਾਲਸੇ ਪੰਥ ਦਾ ਵਿਰੋਧ ਕਰਨ ਜਾ ਰਹੇ ਸਨ, ਭਾਈ ਰਤਨ ਸਿੰਘ ਭੰਗੂ ਕਹਿੰਦੇ ਉਹਨਾਂ ਦੀ ਅਸਲ ਦੇ ਵਿੱਚ ਮਾੜੀ ਕਿਸਮਤ ਹੋ ਚੁੱਕੀ ਸੀ, ਮਾੜੇ ਦਿਨ ਆ ਚੁੱਕੇ ਸਨ। ਕਿਉਂਕਿ ਜਦੋਂ ਬੰਦੇ ਦਾ ਮਾੜਾ ਸਮਾਂ ਆਉਂਦਾ ਹੈ ਨਾ ਤੇ ਉਹ ਰੱਬ ਨਾਲ ਮੱਥਾ ਲਾਉਂਦਾ ਹੈ, ਰੱਬ ਦੇ ਘਰ ਨਾਲ ਮੱਥਾ ਲਾਉਂਦਾ ਹੈ।
ਸੋ ਕਹਿੰਦੇ ਇਸ ਤਰ੍ਹਾਂ ਉਹਨਾਂ ਦੇ ਮਾੜੇ ਦਿਨ ਆ ਗਏ ਕਿ ਖਾਲਸੇ ਪੰਥ ਦਾ ਵਿਰੋਧ ਕਰਨ ਲੱਗ ਪਏ। ਸੁਨੋ ਸਿੱਖ ਤੁਮ ਗੁਰਮੁਖ ਭਾਈ। ਸੋ ਇਸ ਕਰਕੇ ਭਾਈ ਸਿੱਖੋ ਹੁਣ ਸੁਣਨਾ ਕਰੋ ਕਿ ਕਿਸ ਤਰ੍ਹਾਂ ਤਤ ਖਾਲਸੇ ਦਾ ਤੇ ਬੰਦਈ ਸਿੱਖਾਂ ਦਾ ਆਪਸ ਦੇ ਵਿੱਚ ਵਿਵਾਦ ਹੋਇਆ। ਜਿਮ ਜਿਮ ਖਾਲਸੋ ਟਰਤੋ ਜਾਵੇ। ਪਰ ਖਾਲਸਾ ਪੰਥ ਉਸ ਵਕਤ ਵੀ ਟਲਦਾ ਸੀ ਕਿ ਆਪਸੀ ਭਰਾਵਾਂ ਦੇ ਨਾਲ ਲੜਨਾ ਨਹੀਂ ਚਾਹੀਦਾ, ਵੈਰ ਵਿਰੋਧ ਨਹੀਂ ਰੱਖਣਾ ਚਾਹੀਦਾ। ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਵਾਲੇ ਸਿੱਖ ਉਦੋਂ ਵੀ ਲੜਾਈ ਝਗੜੇ ਤੋਂ ਟਲਦੇ ਜਾ ਰਹੇ ਸਨ। ਤਿਮ ਤਿਮ ਬੰਦੀ ਸਿਰ ਪਰਨੇ ਧਾਵੇ। ਪਰ ਕਹਿੰਦੇ ਜਿੰਨਾ ਗੁਰੂ ਕੇ ਖਾਲਸੇ ਲੜਾਈ ਤੋਂ ਟਲਦੇ ਸੀ, ਬੰਦਈ ਜਿਹੜੇ ਸਿੱਖ ਸੀਗੇ ਉਹ ਕਹਿੰਦੇ ਓਨਾ ਹੀ ਸਿਰ ਤੇ ਚੜੀ ਜਾਂਦੇ ਸੀ। ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਸਾਡੇ ਤੋਂ ਡਰਦੇ ਨੇ, ਪਰ ਗੁਰੂ ਕੇ ਸਿੱਖ ਗੁਰੂ ਕੇ ਖਾਲਸੇ ਚਾਹੁੰਦੇ ਨਹੀਂ ਸਨ ਵੀ ਗੁਰੂ ਘਰ ਦੇ ਵਿੱਚ ਕੋਈ ਝਗੜਾ ਹੋਵੇ, ਗੁਰੂ ਘਰ ਦੇ ਵਿੱਚ ਕੋਈ ਵਿਵਾਦ ਹੋਵੇ, ਕਿਉਂਕਿ ਸਤਿਗੁਰੂ ਦੇ ਘਰ ਗੁਰੂ ਨਾਨਕ ਸਾਹਿਬ ਦਾ ਇਹ ਪਾਵਨ ਅਸਥਾਨ ਗੁਰੂਦੁਆਰਾ ਸਾਹਿਬ ਇਹ ਝਗੜਿਆਂ ਵਾਸਤੇ ਨਹੀਂ, ਝਗੜਿਆਂ ਨੂੰ ਖਤਮ ਕਰਨ ਵਾਸਤੇ ਹੁੰਦਾ। ਗੁਰੂ ਘਰ ਦੇ ਵਿੱਚ ਆ ਕਰਕੇ ਝਗੜੇ ਖਤਮ ਹੁੰਦੇ ਨੇ ਤੇ ਮਨ ਦੀ ਬੇਚੈਨੀ ਦੂਰ ਹੁੰਦੀ ਹੈ ਤੇ ਖਾਲਸਾ ਜੀ ਅੰਦਰ ਨਾਮ ਦੀ ਠੰਡ ਵਰਤਦੀ ਹੈ। ਕਹੇ ਖਾਲਸੋ ਅਬ ਜਾਏ ਹਾਰ। ਤੇ ਬੰਦਈ ਸਿੱਖ ਕਹਿੰਦੇ ਵੀ ਸਾਡੇ ਤੋਂ ਹਾਰ ਜਾਣਗੇ ਗੁਰੂ ਕੇ ਖਾਲਸੇ, ਇਹ ਸਾਡੇ ਤੋਂ ਡਰ ਚੁੱਕੇ ਨੇ। ਤੁਰਕਨ ਸੋ ਮਿਲ ਹਮਲੇ ਮਾਰ। ਮਨ ਵਿੱਚ ਸੋਚਦੇ ਨੇ ਅਸੀਂ ਮੁਗਲ ਹਕੂਮਤ ਨਾਲ ਮਿਲ ਚੁੱਕੇ ਹਾਂ, ਤੁਰਕਾਂ ਨਾਲ ਮੁਗਲਾਂ ਨਾਲ ਮਿਲ ਕਰਕੇ ਖਾਲਸਿਆਂ ਨੂੰ ਮਾਰ ਮੁਕਾਵਾਂਗੇ। ਸਭ ਗੁਰਦੁਆਰਨ ਅੱਧ ਟਿਕਾਵੇ। ਤੇ ਗੁਰਦੁਆਰਿਆਂ ਦਾ ਜਿੰਨਾ ਵੀ ਚੜਾਵਾ ਹੈ ਉਸ ਚੜਾਵੇ ਦੇ ਵਿੱਚ ਅੱਧਾ ਹਿੱਸਾ ਰੱਖ ਲਵਾਂਗੇ। ਇਮ ਮਨ ਮਿਤਵੈ ਬਹੁ ਗਰਭਾਵੈ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇਸ ਤਰ੍ਹਾਂ ਮਨ ਵਿੱਚ ਹੰਕਾਰ ਕਰਕੇ ਬੰਦਈ ਸਿੱਖ ਇਸ ਤਰ੍ਹਾਂ ਦੇ ਝੂਠੀ ਬਚਨਾਂ ਦੇ ਵਿੱਚ ਫਸ ਜਾਂਦੇ, ਉਲਝ ਜਾਂਦੇ। ਮਨ ਦੇ ਵਿੱਚ ਹੰਕਾਰ ਕਰਦੇ ਨੇ, ਮਨ ਦੇ ਵਿੱਚ ਇਸ ਤਰ੍ਹਾਂ ਦੇ ਵਿਰੋਧ ਪ੍ਰਤੀ ਵਿਰੋਧ ਵਾਲੇ ਬਚਨ ਲਿਆਉਂਦੇ ਨੇ, ਪਰ ਉਹਨਾਂ ਬਚਨਾਂ ਦੇ ਵਿੱਚ ਕੋਈ ਤਾਕਤ ਨਹੀਂ, ਕਿਉਂਕਿ ਖਾਲਸੇ ਦਾ ਵਿਰੋਧ ਕਰਨ ਵਾਲੇ ਖੁਦ ਹੀ ਖਤਮ ਹੋ ਜਾਂਦੇ ਨੇ। ਆਦਾ ਚੜਾਵਾ ਹਮ ਸੰਗਤ ਕੋ ਚੜਿਓ। ਤੇ ਬੰਦਈ ਕਹਿੰਦੇ ਵੀ ਜਿਹੜਾ ਇਹ ਹਰਮੰਦਰ ਸਾਹਿਬ ਚੜਾਵਾ ਚੜ ਰਿਹਾ, ਮਾਇਆ ਆ ਰਹੀ ਹੈ, ਉਹ ਅੱਧੀ ਮਾਇਆ ਤੇ ਬੰਦੇ ਬਹਾਦਰ ਦੇ ਪੈਰੋ ਕਰ ਦਿੰਦੇ ਨੇ। ਇਹ ਚੜਾਵਾ ਤੇ ਅਸੀਂ ਦੇ ਰਹੇ ਹਾਂ, ਇਸ ਕਰਕੇ ਅੱਧਾ ਹਿੱਸਾ ਸਾਨੂੰ ਦੇ ਦਿਓ। ਇਮ ਹਮ ਦਾਵਾ ਆਦਾ ਕਰਿਓ। ਕਹਿੰਦੇ ਅਸੀਂ ਦਾਵਾ ਕਰਦੇ ਹਾਂ ਇਸ ਹਰਮੰਦਰ ਸਾਹਿਬ ਦੀ ਗੋਲਕ ਤੇ ਕਿ ਇਸ ਗੋਲਕ ਦੇ ਉੱਤੇ ਅੱਧਾ ਦਾਵਾ ਸਾਡਾ ਹੈ। ਸਿੰਘ ਕਹੇ ਹਮ ਗੁਰ ਦਰਬਾਰ। ਪਰ ਗੁਰੂ ਕੇ ਖਾਲਸੇ ਗੁਰੂ ਕੇ ਸਿੰਘ ਕਹਿੰਦੇ ਇਹ ਗੁਰੂ ਰਾਮਦਾਸ ਦਾ ਦਰਬਾਰ ਹੈ, ਗੁਰੂ ਰਾਮਦਾਸ ਦਾ ਘਰ ਹੈ। ਇਸ ਗੁਰੂ ਰਾਮਦਾਸ ਦੇ ਘਰ ਦੇ ਉੱਤੇ ਕਿਸੇ ਦਾ ਦਾਵਾ ਨਹੀਂ ਚੱਲਦਾ, ਕਿਉਂਕਿ ਸਤਿਗੁਰੂ ਗੁਰੂ ਰਾਮਦਾਸ ਦੇ ਘਰ ਦੇ ਸਾਰੇ ਝਾੜੂ ਬਰਦਾਰ ਨੇ। ਇੱਥੇ ਕਿਸੇ ਦਾ ਦਾਵਾ ਨਹੀਂ ਪੁੱਗਦਾ, ਇੱਥੇ ਨਿਮਾਣੇ ਹੋ ਕਰਕੇ ਸੇਵਾ ਕੀਤੀ ਜਾਂਦੀ ਹੈ। ਜਿਹੜਾ ਸੇਵਾ ਕਰਦਾ ਹੈ ਗੁਰੂ ਰਾਮਦਾਸ ਦੇ ਘਰੋਂ ਉਹਨੂੰ ਮਾਣ ਮਿਲਦਾ ਹੈ, ਪਰ ਜਿਹੜਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਤੇ ਦਾਵਾ ਕਰੇ, ਹੰਕਾਰ ਕਰੇ, ਉਹ ਖੁਆਰ ਹੋ ਜਾਂਦਾ ਹੈ। ਖਾਲਸਾ ਜੀ ਬਾਬਾ ਸ਼ਾਮ ਸਿੰਘ ਜੀ ਉਹਨਾਂ ਮਹਾਪੁਰਸ਼ਾਂ ਨੇ ਹਰਮੰਦਰ ਸਾਹਿਬ 70 ਸਾਲ ਬਿਨਾਂ ਨਾਗੇ ਤੋਂ ਨਿਸ਼ਕਾਮ ਰੂਪ ਦੇ ਵਿੱਚ ਕੀਰਤਨ ਕੀਤਾ। ਕੀਰਤਨ ਦੀ ਮਾਇਆ ਨਹੀਂ ਲਈ, ਪਰ ਮਨ ਦੇ ਵਿੱਚ ਭਾਵਨਾ ਸੀ ਕਿ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਕੀਰਤਨ ਕਰਨਾ। ਖਾਲਸਾ ਜੀ ਖੁਦ ਕੜਾਹ ਪ੍ਰਸ਼ਾਦ ਤਿਆਰ ਕਰਕੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਾਵਨ ਅਸਥਾਨ ਹਰਮੰਦਰ ਸਾਹਿਬ ਜਾਣਾ ਤੇ ਖੁਦ ਕੀਰਤਨ ਕਰਨਾ ਸਰੰਦੇ ਦੇ ਨਾਲ। 70 ਸਾਲ ਲਗਾਤਾਰ ਕੀਰਤਨ ਕੀਤਾ। ਕਹਿੰਦੇ ਅੰਮ੍ਰਿਤਸਰ ਦੀ ਧਰਤੀ ਤੇ ਉਹਨਾਂ ਨੇ ਇੱਕ ਦਿਨ ਧਰਮਸ਼ਾਲਾ ਬਣਾਈ, ਸਰਾਂ ਬਣਵਾਈ ਸੰਗਤਾਂ ਦੀ ਰਿਹਾਇਸ਼ ਵਾਸਤੇ। ਖਾਲਸਾ ਜੀ ਸਮਾਂ ਆਇਆ, ਉਸ ਸਰਾਂ ਦਾ, ਉਸ ਧਰਮਸ਼ਾਲਾ ਦਾ ਮਹੂਰਤ ਸੀ, ਉਦਘਾਟਨ ਸੀ ਤੇ ਮਹਾਪੁਰਖ ਸਤਿਗੁਰੂ ਗੁਰੂ ਰਾਮਦਾਸ ਦੇ ਦਰਬਾਰ ਦੇ ਦਰਸ਼ਨ ਕਰਕੇ ਅਰਦਾਸ ਕਰਕੇ ਉਸ ਸਰਾਂ ਦੇ ਮਹੂਰਤ ਵਾਸਤੇ ਸਰਾਂ ਵੱਲ ਵਧੇ। ਜਿਸ ਵਕਤ ਬਾਬਾ ਸ਼ਾਮ ਸਿੰਘ ਜੀ ਸਰਾਂ ਦੇ ਸਾਹਮਣੇ ਪਹੁੰਚੇ, ਧਰਮਸ਼ਾਲਾ ਦੇ ਸਾਹਮਣੇ ਪਹੁੰਚੇ, ਕਹਿੰਦੇ ਧਰਮਸ਼ਾਲਾ ਵੱਲ ਵੇਖ ਕੇ ਅੰਦਰ ਨਹੀਂ ਗਏ, ਬਲਕਿ ਧਰਮਸ਼ਾਲਾ ਦੇ ਬਾਹਰ ਹੀ ਸੜਕ ਦੇ ਉੱਪਰ ਚੌਂਕੜਾ ਲਾ ਕਰਕੇ ਬੈਠ ਗਏ। ਨੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਜਲ ਭਰ ਆਇਆ, ਬਹੁਤ ਵੈਰਾਗ ਕਰਨ ਲੱਗੇ ਤੇ ਬਸ ਰਸਨਾ ਤੋਂ ਇਹ ਪੜਨ ਲੱਗੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਬਿਖ ਖਾਹੀ।
ਇਸ ਤਰ੍ਹਾਂ ਬੇਨਤੀ ਰੂਪ ਸ਼ਬਦ ਪੜਨ ਲੱਗੇ। ਗੁਰੂ ਕੇ ਸਿੱਖ ਆਏ, ਕਹਿਣ ਲੱਗੇ ਮਹਾਂਪੁਰਸ਼ੋ ਸਮਾਂ ਹੋ ਰਿਹਾ ਹੈ, ਆਪ ਜੀ ਬਾਹਰ ਸਜਿਓ, ਅੰਦਰ ਚੱਲੋ। ਉਹ ਬਹੁਤ ਵੈਰਾਗ ਦੇ ਵਿੱਚ ਕਹਿਣ ਲੱਗੇ ਕਿ ਤੁਸੀਂ ਮੈਨੂੰ ਗੁਰੂ ਰਾਮਦਾਸ ਦੇ ਘਰ ਦਾ ਸ਼ਰੀਕ ਨਾ ਬਣਾਓ। ਸਿੱਖਾਂ ਨੇ, ਸੇਵਾਦਾਰਾਂ ਨੇ ਪੁੱਛਿਆ ਜੀ ਕੀ ਗੱਲ ਹੋ ਗਈ? ਕਹਿਣ ਲੱਗੇ ਸਰਾਂ ਧਰਮਸ਼ਾਲਾ ਸੰਗਤਾਂ ਦੀ ਹੈ, ਗੁਰੂ ਰਾਮਦਾਸ ਦੀ ਹੈ, ਪਰ ਤੁਸਾਂ ਨੇ ਧਰਮਸ਼ਾਲਾ ਦਾ ਨਾਮ ਮੇਰੇ ਨਾਮ ਤੇ ਰੱਖ ਦਿੱਤਾ ਹੈ ਤੇ ਇਹ ਹਰਮੰਦਰ ਸਾਹਿਬ ਗੁਰੂ ਰਾਮਦਾਸ ਦਾ ਦਰ ਹੈ। ਅੰਮ੍ਰਿਤਸਰ ਗੁਰੂ ਕੀ ਨਗਰੀ ਹੈ ਤੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਸਾਰਾ ਕੁਝ ਹੀ ਗੁਰੂ ਦਾ ਹੈ, ਗੁਰੂ ਕੇ ਸਿੱਖ ਦਾ ਕੁਝ ਵੀ ਨਹੀਂ, ਸਾਰਾ ਕੁਝ ਗੁਰੂ ਰਾਮਦਾਸ ਦਾ। ਤੇ ਮੇਰੇ ਜਿਹੇ ਪਾਪੀ ਦੇ ਨਾਮ ਦੇ ਉੱਤੇ ਤੁਸੀਂ ਧਰਮਸ਼ਾਲਾ ਦਾ ਨਾਮ ਰੱਖ ਕੇ ਮੈਨੂੰ ਗੁਰੂ ਘਰ ਦਾ ਸ਼ਰੀਕ ਨਾ ਬਣਾਓ, ਬਲਕਿ ਇਸ ਸਰਾਂ ਦਾ ਨਾਮ ਵੀ ਗੁਰੂ ਰਾਮਦਾਸ ਦੇ ਨਾਮ ਤੇ ਰੱਖ ਦਿਓ। ਇਸ ਤਰ੍ਹਾਂ ਦੇ ਪਿਆਰ ਭਰੇ ਬਚਨ ਕਹੇ ਖਾਲਸਾ ਜੀ। ਤੇ ਵੇਖੋ ਅੱਜ ਵੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਜਦੋਂ ਪਹਿਲੀ ਅਰਦਾਸ ਹੁੰਦੀ ਹੈ ਨਾ, ਤੇ ਉਹ ਕੜਾਹ ਪ੍ਰਸ਼ਾਦ ਦੀ ਅਰਦਾਸ ਜਿਹੜੀ ਹੁੰਦੀ ਹੈ, ਅੱਜ ਵੀ ਬਾਬਾ ਸ਼ਾਮ ਸਿੰਘ ਜੀ ਦੇ ਨਾਮ ਦੀ ਹੁੰਦੀ ਹੈ, ਉਹਨਾਂ ਦੇ ਅਸਥਾਨ ਤੋਂ ਕੜਾਹ ਪ੍ਰਸ਼ਾਦ ਹੁੰਦੀ ਹੈ। ਸੋ ਜਿਹੜੇ ਇਸ ਤਰ੍ਹਾਂ ਭਾਵਨਾ ਰੱਖ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਸੇਵਾ ਕਰਦੇ, ਉਹਨਾਂ ਨੂੰ ਮਾਣ ਮਿਲਦਾ ਹੈ। ਜਿਹੜੇ ਆਪਣਾ ਕੁਝ ਵੀ ਨਹੀਂ ਜਤਾਉਂਦੇ, ਆਪਣਾ ਦਾਵਾ ਨਹੀਂ ਰੱਖਦੇ, ਬਲਕਿ ਹਰ ਪਲ ਇਹ ਸ਼ਬਦ ਪੜ੍ਹਦੇ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ, ਕਿ ਸਾਡੀ ਅਰਦਾਸ ਹੈ ਸੱਚੇ ਪਾਤਸ਼ਾਹ ਤੇਰੇ ਘਰ ਦੇ ਵਿੱਚ ਲੱਖਾਂ ਸੇਵਾਦਾਰ ਨੇ, ਤੂੰ ਆਪਣੇ ਸੇਵਾਦਾਰਾਂ ਦੇ ਚਰਨਾਂ ਦੀ ਖਾਕ ਹੀ ਬਣਾ ਦੇਵੀਂ। ਸੋ ਖਾਲਸਾ ਜੀ, ਭਾਵੇਂ ਕਿ ਇਤਿਹਾਸ ਦੇ ਵਿੱਚ ਆਪਾਂ ਸਰਵਣ ਕਰ ਰਹੇ ਬੰਦਈ ਸਿੱਖਾਂ ਨੇ ਅੱਧਾ ਹਿੱਸਾ ਮੰਗਿਆ, ਪਰ ਗੁਰੂ ਕੇ ਸਿੱਖਾਂ ਨੇ ਇਹ ਬਚਨ ਕੀਤੇ, ਇਹ ਗੁਰੂ ਰਾਮਦਾਸ ਦਾ ਦਰਬਾਰ ਹੈ, ਇਸ ਦਰਬਾਰ ਦੀ ਚੜ੍ਹਤ ਦੇ ਉੱਤੇ ਸਾਡਾ ਵੀ ਕੋਈ ਹਿੱਸਾ ਨਹੀਂ। ਇਹਾ ਬਨੇ ਨੈ ਤੁਮਰੀ ਕਾਰ, ਕਿਉਂਕਿ ਇੱਥੋਂ ਦੀ ਮਾਇਆ ਕੇਵਲ ਲੋੜਵੰਦਾਂ ਵਾਸਤੇ ਵਰਤੀ ਜਾਂਦੀ ਹੈ, ਗਰੀਬਾਂ ਵਾਸਤੇ ਵਰਤੀ ਜਾਂਦੀ ਹੈ, ਭੁੱਖਿਆਂ ਨੂੰ ਲੰਗਰ ਛਕਾਉਣ ਵਾਸਤੇ ਵਰਤੀ ਜਾਂਦੀ ਹੈ। ਇਸ ਜਗ੍ਹਾ ਦੇ ਉੱਤੇ ਤੁਹਾਡਾ ਚਾਰਾ ਨਹੀਂ ਚੱਲਣਾ, ਇੱਥੇ ਤੁਹਾਡੇ ਕਾਰਜ ਨਹੀਂ ਰਾਸ ਹੋਣੇ, ਕਿਉਂਕਿ ਤੁਹਾਡੇ ਕਾਰਜ ਦੇ ਵਿੱਚ ਤੁਹਾਡੀ ਨੀਅਤ ਸਾਫ਼ ਨਹੀਂ, ਤੇ ਜਦੋਂ ਤੱਕ ਨੀਅਤ ਸਾਫ਼ ਨਾ ਹੋਵੇ ਗੁਰੂ ਦੀ ਖੁਸ਼ੀ ਨਹੀਂ ਮਿਲਦੀ। ਇਸੇ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਮਿਲਦਿਆਂ ਢਿੱਲ ਨਾ ਹੋਵਈ ਜੇ ਨੀਅਤ ਰਾਸ ਕਰੀ। ਕਹਿੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਮਿਲਣ ਦੇ ਵਿੱਚ ਇੱਕ ਸਕਿੰਟ ਦੀ ਦੇਰੀ ਵੀ ਨਹੀਂ। ਬਸ ਸਿੱਖਾ ਤੂੰ ਆਪਣੇ ਮਨ ਨੂੰ ਸਾਫ਼ ਕਰ ਲੈ, ਨੀਅਤ ਸਾਫ਼ ਕਰ ਲੈ। ਜਿੱਦਣ ਮਨ ਸਾਫ਼ ਹੋ ਗਿਆ ਖਾਲਸਾ ਜੀ, ਉਸ ਦਿਨ ਸੱਚੇ ਪਾਤਸ਼ਾਹ ਦੇ ਦੀਦਾਰੇ ਹੋ ਜਾਂਦੇ ਨੇ। ਸੋ ਇਹ ਤਾਂ ਹੁੰਦਾ ਜੇ ਗੁਰੂ ਦੀ ਬਖਸ਼ਿਸ਼ ਹੋ ਜਾਵੇ। ਦੋਹਰਾ ਫਤਿਹ ਦਰਸ਼ਨ ਤੁਮ ਛੱਡ ਰਲੋ, ਪੌਲ ਪੀਓ ਸਰਬੰਗ। ਬੰਦਾ ਸਿੰਘ ਬਹਾਦਰ ਦੇ ਕੁਝ ਪੈਰੋਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੱਡ ਕਰਕੇ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ ਬੁਲਾਉਣ ਲੱਗ ਪਏ ਸਨ। ਇਸ ਕਰਕੇ ਖਾਲਸਾ ਜੀ ਗੁਰੂ ਕੇ ਸਿੰਘਾਂ ਨੇ ਕਿਹਾ ਕਿ ਭਾਈ ਤੁਸੀਂ ਇਹ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ ਛੱਡ ਕਰਕੇ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਨਾਰਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹ ਨਾਰਾ ਬੁਲੰਦ ਕਰੋ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੰਥ ਦੇ ਵਿੱਚ ਭਰਤੀ ਹੋਵੋ। ਵਰਨ ਸੰਗ ਮਿਲ ਬਹਿ ਸਕੋ, ਕਹਾਵੋ ਪੰਥ ਭੁਜੰਗ। ਪੰਗਤ ਦੇ ਵਿੱਚ ਬੈਠ ਕਰਕੇ ਲੰਗਰ ਛਕੋ, ਗੁਰੂ ਘਰ ਦੇ ਵਿੱਚ ਆ ਕਰਕੇ ਸੇਵਾ ਕਰੋ ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ ਨਿਆਰਾ ਪੰਥ ਕਹਿਲਾਵੋਗੇ। ਚੌਪਈ ਬੰਦਿਆਂ ਕੈ ਮਨ ਗਰਬੋ ਔਰ। ਪਰ ਬੰਦਈ ਸਿੱਖਾਂ ਦੇ ਮਨ ਦੇ ਵਿੱਚ ਤਾਂ ਹੰਕਾਰ ਹੀ ਬਹੁਤ ਜ਼ਿਆਦਾ ਸੀ। ਦਰਅਸਲ ਖਾਲਸਾ ਜੀ ਜਦੋਂ ਪਰਮਾਤਮਾ ਦੀ ਕਰੋਪੀ ਹੁੰਦੀ ਹੈ ਨਾ, ਤੇ ਪਰਮਾਤਮਾ ਕਿਸੇ ਨੂੰ ਡਾਂਗ ਨਹੀਂ ਮਾਰਦਾ, ਪਰਮਾਤਮਾ ਬੰਦੇ ਦੀ ਮੱਤ ਮਾਰਦਾ। ਤੇ ਜਦੋਂ ਬੰਦੇ ਦੀ ਮੱਤ ਵੱਜ ਜਾਂਦੀ ਹੈ ਉਦੋਂ ਫਿਰ ਹੰਕਾਰ ਆ ਜਾਂਦਾ। ਪਰ ਜਦੋਂ ਹੰਕਾਰ ਆ ਜਾਵੇ ਫਿਰ ਕਹਿੰਦੇ ਹਰ ਜੀਓ ਅਹੰਕਾਰ ਨਾ ਭਾਵਈ। ਪਰਮਾਤਮਾ ਨੂੰ, ਰੱਬ ਨੂੰ, ਖੁਦਾ ਨੂੰ ਹੰਕਾਰ ਨਹੀਂ ਪਾਉਂਦਾ। ਸੋ ਖਾਲਸਾ ਜੀ ਬੰਦਈ ਸਿੱਖਾਂ ਨੂੰ ਸਿੰਘ ਸਮਝਾਉਂਦੇ ਪਰ ਫਿਰ ਵੀ ਹੰਕਾਰ ਕਰਦੇ ਨੇ। ਓਏ ਚਾਹੇ ਬਿਸ਼ਨ ਹੋਈ ਚਲਾਇਓ ਤੋਰ। ਉਹ ਚਾਹੁੰਦੇ ਵੈਸ਼ਨ ਮਤ ਦਾ ਪ੍ਰਚਾਰ ਹੋਵੇ, ਵਿਪਰ ਮਤ ਦਾ ਪ੍ਰਚਾਰ ਹੋਵੇ, ਖਾਲਸਾਈ ਮਤ ਨੂੰ ਛੱਡਿਆ ਜਾਵੇ। ਹਮਰੇ ਗੁਰ ਮੈਂ ਬੜੋ ਕਰਮਾਤ। ਬੰਦਈ ਸਿੱਖ ਹੰਕਾਰ ਵਿੱਚ ਕਹਿੰਦੇ ਕਿ ਸਾਡੇ ਗੁਰੂ ਦੇ ਵਿੱਚ ਤੁਹਾਡੇ ਗੁਰੂ ਨਾਲੋਂ ਵੱਡ ਕਰਾਮਾਤ ਹੈ। ਹਮ ਸਰੋ ਜਮਾਵੇ ਉਪਰ ਹਾਥ। ਅਸੀਂ ਤਾਂ
ਤਾਂ ਆਪਣੇ ਹੱਥਾਂ ਦੇ ਉੱਤੇ ਸਰੋਂ ਜਮਾ ਕਰਕੇ ਵਿਖਾ ਸਕਦੇ ਹਾਂ। ਉਤੋ ਗੁਰ ਹਮ ਵੱਡ ਕਲ ਧਾਰੀ, ਸਾਡਾ ਗੁਰੂ ਤੁਹਾਡੇ ਨਾਲੋਂ ਵੱਡ ਕਲਾ ਧਾਰੀ ਹੈ, ਬਹੁਤ ਵੱਡਾ ਕਰਾਮਾਤੀ ਹੈ। ਸੋ ਕੋਸਨ ਕਰ ਜਾਏ ਉਡਾਰੀ, ਅਸੀਂ ਤਾਂ ਕੋਹਾਂ ਦੀ ਦੂਰੀ ਤੇ ਜਾ ਕਰਕੇ ਸਕਿੰਟਾਂ ਦੇ ਵਿੱਚ ਉੱਡ ਕੇ ਜਾ ਸਕਦੇ ਹਾਂ, ਐਸੀ ਤਾਕਤ ਰੱਖਦੇ ਹਾਂ। ਦਰਸ਼ਨ ਛੇ ਜਗ ਮਧੇ ਆਦ, ਤੇ ਜਿਹੜੇ ਜੋਗੀ ਨੇ, ਜੋਗੀਆਂ ਦੇ ਪੰਥ ਮੰਨੇ ਗਏ ਖਾਲਸਾ ਜੀ, ਜਿਹੜੇ ਗੁਰੂ ਨਾਨਕ ਸਾਹਿਬ ਨੂੰ ਵੀ ਮਿਲਦੇ ਰਹੇ, ਇਹ ਕਹਿਣ ਲੱਗੇ ਵੀ ਜੋਗੀ ਤਾਂ ਸ਼ੁਰੂ ਤੋਂ ਹੀ ਸੰਸਾਰ ਦੇ ਗੁਰੂ ਕਹਿਲਾਉਂਦੇ ਨੇ। ਗੁਰੂ ਕਹਾਵੇ ਪਾਸ਼ਲ ਬਾਦ, ਉਹਨਾਂ ਦੇ 6 ਤਰ੍ਹਾਂ ਦੇ ਦਰਸ਼ਨ ਨੇ ਜੋਗੀਆਂ ਦੇ, ਤੇ ਖੱਟ ਦਰਸ਼ਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਇਸ ਕਰਕੇ ਆਦਿ ਕਾਲ ਤੋਂ ਹੀ ਜੋਗੀ ਗੁਰੂ ਕਹਾਉਂਦੇ। ਪਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ, ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹਿ। ਭਗਤਾਂ ਦਾ, ਰੱਬ ਦੇ ਪਿਆਰਿਆਂ ਦਾ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੁੰਦਾ। ਰੱਬ ਦੇ ਪਿਆਰਿਆਂ ਦਾ ਗੁਰੂ ਪਰਮਾਤਮਾ ਦਾ ਨਾਮ ਹੁੰਦਾ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੋ ਇਸ ਤਰ੍ਹਾਂ ਬਾਣੀ ਨੇ ਤੇ ਹੋਕਾ ਦਿੱਤਾ, ਪਰ ਜਦੋਂ ਬੰਦੇ ਦੇ ਵਿੱਚ ਹੰਕਾਰ ਆਵੇ ਤੇ ਹੰਕਾਰ ਦੇ ਵਿੱਚ ਬਹੁਤ ਹੰਕਾਰੀ ਬਚਨ ਕਰਨ ਲੱਗ ਜਾਂਦਾ ਹੈ। ਸਿੰਘਨ ਕਹੇ ਹਮ ਮੰਨੇ ਨਾ ਮੰਤਰ, ਹੁਣ ਗੁਰੂ ਕੇ ਸਿੰਘ ਕਹਿੰਦੇ ਭਾਵੇਂ ਤੁਹਾਡੇ ਵਿੱਚ ਕਰਾਮਾਤਾਂ ਨਹੀਂ, ਤੁਹਾਡੇ ਕੋਲ ਜੰਤਰ ਮੰਤਰ ਨੇ, ਪਰ ਗੁਰੂ ਕੇ ਸਿੱਖ ਜੰਤਰਾਂ ਮੰਤਰਾਂ ਨੂੰ ਨਹੀਂ ਮੰਨਦੇ। ਤੇਗ ਆਗੇ ਕੋਈ ਚੱਲੇ ਨਾ ਤੰਤਰ, ਕਿਉਂਕਿ ਜਿਹੜੀ ਤਲਵਾਰ, ਜਿਹੜੀ ਤੇਗ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਨੂੰ ਬਖਸ਼ੀ ਹੈ, ਇਸ ਤੇਗ ਦੇ ਸਾਹਮਣੇ ਕੋਈ ਜੰਤਰ ਮੰਤਰ ਨਹੀਂ ਚੱਲਦਾ। ਤੇ ਪਰਮਾਤਮਾ ਦੇ ਨਾਮ ਅੱਗੇ ਵੀ ਜੰਤਰ ਮੰਤਰ ਨਹੀਂ ਚੱਲਦਾ। ਨਾ ਜੰਤਰ ਮੈਂ, ਨਾ ਤੰਤਰ ਮੈਂ, ਨਾ ਮੰਤਰ ਬਾਸੇ ਆਵਈ। ਪੁਰਾਣਿਓ ਪੁਰਾਨ ਨੇਤ ਨੇਤ ਕਹਿ ਬਤਾਵਈ। ਇਸ ਤਰ੍ਹਾਂ ਖਾਲਸੇ ਅੱਗੇ, ਖਾਲਸੇ ਦੇ ਤੇਗ ਅੱਗੇ ਕੋਈ ਜੰਤਰ ਮੰਤਰ ਨਹੀਂ ਚੱਲਦਾ। ਜਿਸ ਵਕਤ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਵੀ ਕਿਹਾ, ਮਹਾਰਾਜ ਕਰਾਮਾਤ ਵਿਖਾਓ। ਸੱਚੇ ਪਾਤਸ਼ਾਹ ਕਹਿਣ ਲੱਗੇ, ਕਰਾਮਾਤ ਕਹਿਰ ਦਾ ਨਾਮ ਹੈ। ਦੁਬਾਰਾ ਫਿਰ ਕਿਹਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਾਮਾਤ ਵਿਖਾਓ। ਕਹਿਣ ਲੱਗੇ, ਜਦੋਂ ਦੂਸਰਾ ਬਚਨ ਕੀਤਾ ਸੱਚੇ ਪਾਤਸ਼ਾਹ ਨੇ, ਪਲ ਝਪਕਣ ਦੀ ਦੇਰੀ ਤੋਂ ਪਹਿਲਾਂ ਮਿਆਨ ਦੇ ਵਿੱਚੋਂ ਸ਼੍ਰੀ ਸਾਹਿਬ ਕੱਢ ਕੇ ਧੋਣ ਤੇ ਰੱਖ ਦਿੱਤੀ। ਕਹਿਣ ਲੱਗੇ, ਆ ਮੇਰੇ ਘਰ ਦੀ ਕਰਾਮਾਤ ਹੈ, 10 ਵਿਖਾਵਾਂ। ਵੇਖਦਿਆਂ ਵੇਖਦਿਆਂ ਤੇਰੇ ਸਰੀਰ ਦੇ 2 ਹਿੱਸੇ ਹੋ ਜਾਣਗੇ। ਤੇ ਅੱਗੋਂ ਹੱਥ ਜੋੜ ਕੇ ਮੁਆਫੀ ਮੰਗਣ ਲੱਗਾ। ਤੇ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਕਰਾਮਾਤਾਂ ਵੇਖਣਾ ਜਾਂ ਵਿਖਾਉਣਾ ਸਿੱਖ ਦਾ ਕਰਮ ਨਹੀਂ, ਸਿੱਖ ਦਾ ਕਰਮ ਹੈ ਪ੍ਰਮਾਤਮਾ ਦੀ ਬਖਸ਼ਿਸ਼ ਲੈਣਾ। ਗੁਰੂ ਘਰ ਦੇ ਵਿੱਚ ਖਾਲਸਾ ਜੀ ਪਰਮਾਤਮਾ ਦੀ ਨਜ਼ਰ ਮਿਲ ਜਾਵੇ ਤੇ ਕਰਾਮਾਤਾਂ ਵਿੱਚ ਹੀ ਆ ਜਾਂਦੀਆਂ। ਇਸੇ ਕਰਕੇ ਆਪਾਂ ਪੜ੍ਹਦੇ, ਜਿਨ ਕਉ ਨਦਰ ਕਰਮ ਤਿਨਕਾਰ। ਜਿਨ੍ਹਾਂ ਦੇ ਉੱਤੇ ਨਜ਼ਰ ਹੁੰਦੀ ਹੈ ਪ੍ਰਮਾਤਮਾ ਦੀ, ਉਹ ਸਾਰੀਆਂ ਤਾਕਤਾਂ ਦੇ ਮਾਲਕ ਹੋ ਜਾਂਦੇ ਨੇ। ਜਿੱਥੇ ਰੱਬ ਦੀ ਬਖਸ਼ਿਸ਼ ਆ ਜਾਵੇ, ਉੱਥੇ ਦੁਨੀਆ ਦੀਆਂ ਤਾਕਤਾਂ ਫੇਲ ਹੋ ਜਾਂਦੀਆਂ। ਤੇ ਰੱਬ ਦੀ ਬਖਸ਼ਿਸ਼ ਵਾਲਾ ਭਾਵੇਂ ਕੱਲਾ ਹੀ ਖੜ ਜਾਵੇ, ਜੇ ਕੱਲਾ ਵੀ ਖੜੇਗਾ ਉਹਦੇ ਨਾਲ ਰੱਬ ਆ ਕੇ ਖੜ ਜਾਂਦਾ ਹੈ। ਹਮ ਸੋ ਲਰੋ ਮਦਾਨਹਿ ਮਾਹੇ, ਗੁਰੂ ਕੇ ਸਿੰਘ ਕਹਿਣ ਲੱਗੇ, ਜੇ ਸਾਡੇ ਕਰਾਮਾਤ ਵੇਖਣੀ ਹੈ ਤੇਗ ਦੀ, ਤੇ ਜੰਗ ਦੇ ਮੈਦਾਨ ਵਿੱਚ ਆ ਕਰਕੇ ਲੜਨਾ ਕਰੋ। ਹਮ ਜੰਤ ਮੰਤਰ ਜੰਤਰ ਪਤਿਆਵੈ ਨਾਹੈ, ਅਸੀਂ ਜੰਤਰਾਂ ਮੰਤਰਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ। ਗੁਰੂ ਕੇ ਸਿੱਖ ਜੇ ਕਿਸੇ ਨਾਲ ਮੁਹੱਬਤ ਕਰਦੇ ਨੇ ਤੇ ਗੁਰੂ ਕੇ ਸ਼ਬਦ ਨਾਲ ਕਰਦੇ ਨੇ, ਗੁਰੂ ਕੀ ਬਾਣੀ ਦੇ ਨਾਲ ਕਰਦੇ ਨੇ। ਸੋ ਜੰਤਰਾਂ ਮੰਤਰਾਂ ਦੇ ਨਾਲ ਗੁਰੂ ਕੇ ਸਿੱਖ ਦਾ ਕੋਈ ਤਾਲੁਕਾਤ ਨਹੀਂ। ਬੰਦਿਓ ਬਿਖਾਦ ਇਨ ਦੋਏ ਨਮਾਹੇ, ਸੋ ਇਸ ਤਰ੍ਹਾਂ ਖਾਲਸਾ ਜੀ ਦੋਵਾਂ ਦੇ ਵਿੱਚ, ਤਤ ਖਾਲਸੇ ਵਿੱਚ ਤੇ ਬੰਦਈ ਸਿੱਖਾਂ ਦੇ ਵਿੱਚ ਵਿਵਾਦ ਵੱਧਦਾ ਗਿਆ। ਕਰੀ ਪਲਕ ਮੈਂ ਜਨ ਮਰ ਜਾਹੈ, ਤੇ ਜੇ ਵਿਵਾਦ ਵੱਧ ਜਾਵੇ, ਲੜ ਜਾਵੇ ਖਾਲਸਾ ਜੀ, ਤੇ 1 ਮਿੰਟ ਦੇ ਵਿੱਚ ਹੀ ਝਗੜਾ ਸ਼ੁਰੂ ਹੋ ਜਾਂਦਾ, ਮੌਤਾਂ ਹੋ ਜਾਂਦੀਆਂ ਨੇ। ਭਾਈ ਬੁੱਢੇ ਕੇ ਉਹ ਸਾਲੋ ਕਹੇ ਹੱਥ ਹੋਤੇ, ਹੁਣ ਭਾਈ ਸਾਹਿਬ, ਭਾਈ ਸ਼ਾਲੋ ਜੀ ਤੇ ਬ੍ਰਹਮ ਗਿਆਨੀ ਬ੍ਰਹਮ ਬੇਤੇ ਬਾਬਾ ਬੁੱਢਾ ਸਾਹਿਬ ਜੀ, ਜਿਹੜੇ ਇਹਨਾਂ ਦੇ ਵੰਸ਼ਜ ਸਨ, ਜਦੋਂ ਉਹਨਾਂ ਨੂੰ ਵੀ ਵਿਵਾਦ ਦਾ ਪਤਾ ਲੱਗਾ ਤੇ ਖਾਲਸਾ ਜੀ ਉਹ ਵੀ ਚਿੰਤਤ ਹੋ ਗਏ। ਭਾਈ ਭਗਤੂ ਬਹਿਲੋ ਕੇ ਪੋਤੇ, ਜਿਹੜੇ ਭਾਈ ਭਗਤੂ ਜੀ ਹੋਏ, ਭਾਈ ਬਹਿਲੋ ਜੀ ਹੋਏ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਦੇ ਬਹੁਤ ਮੰਨੇ ਸਿੱਖ ਹੋਏ ਨੇ। ਭਾਈ ਭਗਤੂ ਤੇ ਭਾਈ ਬਹਿਲੋ, ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਸ਼ਾਲੋ ਜੀ।
ਖਾਲਸਾ ਜੀ ਇਹਨਾਂ ਦੇ ਜਿਹੜੇ ਵੰਸ਼ਜ ਸੀ, ਜਦੋਂ ਉਹਨਾਂ ਨੂੰ ਪਤਾ ਲੱਗਾ ਇਸ ਵਿਵਾਦ ਦਾ, ਤੇ ਉਹ ਵੀ ਗੁਰੂ ਕੇ ਖਾਲਸੇ ਕੋਲ, ਬੰਦਈ ਸਿੱਖਾਂ ਕੋਲ ਆਉਂਦੇ ਨੇ ਝਗੜਾ ਖਤਮ ਕਰਨ ਵਾਸਤੇ। ਦੋਹਰਾ ਔਰ ਮਸੰਦਨ ਮੇਵੜਨ ਕਹਿ ਵਰਤਾਈ ਸ਼ਾਂਤ। ਸਾਰੇ ਆ ਕਰਕੇ ਗੁਰੂ ਘਰ ਦੇ ਸੇਵਾਦਾਰ ਆ ਕਰਕੇ ਇਹ ਸਮਝਾਉਂਦੇ ਨੇ ਕਿ ਭਾਈ ਝਗੜਾ ਖਤਮ ਕਰਕੇ, ਵਿਵਾਦ ਖਤਮ ਕਰਕੇ, ਰਲ ਮਿਲ ਕਰਕੇ ਬਵੋ, ਸ਼ਾਂਤੀ ਵਰਤਾਵੋ। ਗੁਰੂ ਰਾਮਦਾਸ ਦੇ ਘਰ ਦੇ ਵਿੱਚ ਵਿਵਾਦ ਖਤਮ ਕਰੋ। ਹਿੰਦੂ ਲੜ ਮਰ ਜਾਏ ਜਿਮ ਤੁਰਕ ਚਹੇ ਵਹਿ ਬਾਤ। ਕਿਉਂਕਿ ਹਕੂਮਤ ਪਹਿਲਾਂ ਹੀ ਚਾਹੁੰਦੀ ਹੈ ਕਿ ਸਿੱਖ ਆਪਸ ਵਿੱਚ ਲੜ ਕੇ ਮਰ ਜਾਣ, ਆਪਸ ਦੇ ਵਿੱਚ ਵਿਵਾਦ ਦੇ ਵਿੱਚ ਉਲਝ ਜਾਣ, ਤੇ ਜਿਹੜੇ ਸਨਾਤਨ ਮਤ ਦੇ ਪੈਰੋਕਾਰ ਨੇ ਉਹਨਾਂ ਨੂੰ ਮਾਰ ਕੇ ਅਸੀਂ ਹਿੰਦੁਸਤਾਨ ਤੇ ਭਾਰਤ ਦੇ ਦੇਸ਼ ਤੇ ਕਬਜ਼ਾ ਕਰ ਲਵਾਂਗੇ। ਇਸ ਕਰਕੇ ਹਕੂਮਤ ਦੀ ਨੀਤੀਆਂ ਨੂੰ ਸਮਝ ਕਰਕੇ ਇਹ ਝਗੜੇ ਨੂੰ ਖਤਮ ਕਰੋ। ਚੌਪਈ ਦੋ ਉਨ ਕੋਏ ਸਿਆਣੇ ਬੋਲੇ। ਸੋ ਇਸ ਤਰ੍ਹਾਂ ਖਾਲਸਾ ਜੀ ਜਿਹੜੇ ਸੂਝਵਾਨ ਸਿੱਖ ਸਨ, ਜਿਹੜੇ ਬਾਬਾ ਬੁੱਢਾ ਸਾਹਿਬ ਵਰਗੇ ਇਹਨਾਂ ਦੇ ਵੰਸ਼ਜ ਸਨ, ਐਸੇ ਸੂਝਵਾਨ ਸਿੱਖਾਂ ਨੇ ਫਿਰ ਬਚਨ ਕੀਤੇ। ਜਿਮ ਸੰਭ ਬਚੇ ਬਾਤ ਕੋ ਟੋਲੇ। ਉਹ ਬਚਨ ਕੀਤਾ ਜਿਸ ਬਚਨ ਦੇ ਨਾਲ ਝਗੜਾ ਖਤਮ ਹੋ ਜਾਵੇ ਤੇ ਸ਼ਾਂਤੀ ਦਾ ਰਾਹ ਲੱਭਿਆ ਜਾਵੇ। ਜੋ ਤੁਮ ਮਨੋ ਹਮਾਰੀ ਸਲਾਹ। ਤਾਂ ਸਾਰੇ ਸੂਝਵਾਨ ਸਿੱਖ ਕਹਿਣ ਲੱਗੇ ਕਿ ਜੇ ਤੁਸੀਂ ਸਾਡੀ ਸਲਾਹ ਨੂੰ ਮੰਨੋ, ਦੋ ਔਰ ਬਹੁ ਸ਼ਾਂਤ ਵਰਤਾ ਹੈ। ਤਾਂ ਸਾਡੀ ਸਲਾਹ ਨੂੰ ਮੰਨ ਕੇ, ਸਾਡੇ ਬਚਨ ਨੂੰ ਮੰਨ ਕੇ ਦੋਵੇਂ ਪਾਸਿਆਂ ਦਾ ਝਗੜਾ ਖਤਮ ਹੋ ਜਾਵੇਗਾ। ਕਰਤੇ ਪੁਰਖ ਪਰ ਰਾਖੋ ਬਾਤ। ਤੁਸੀਂ ਆਪਣੇ ਝਗੜੇ ਖਤਮ ਕਰਕੇ ਪ੍ਰਮਾਤਮਾ ਦੇ ਗੱਲ ਟਿਕਾ ਦਵੋ, ਆਪਸੀ ਵਿਵਾਦ ਖਤਮ ਕਰ ਦਵੋ, ਤੇ ਵਿਵਾਦ ਦਾ ਜਿਹੜਾ ਫੈਸਲਾ ਹੈ ਰੱਬ ਤੇ ਟਿਕਾ ਦਵੋ। ਜੋ ਵੀ ਪ੍ਰਮਾਤਮਾ ਫੈਸਲਾ ਲਵੇਗਾ ਉਹ ਤੁਸੀਂ ਦੋਵੇਂ ਜਾਣੇ ਮੰਨ ਲਿਓ। ਕਰਤਾ ਕਰੇ ਸੋ ਮੰਨ ਲਿਓ ਬਾਤ। ਜੋ ਵੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਹੁਕਮ ਹੋਵੇਗਾ ਸਤ ਕਰਕੇ ਪ੍ਰਵਾਨ ਕਰ ਲਿਓ। ਐ ਸਭ ਹੱਥ ਸੋ ਕਰਤੈ ਜਾਨੋ। ਕਿਉਂਕਿ ਪ੍ਰਮਾਤਮਾ ਦੇ ਹੱਥ ਵਿੱਚ ਹੀ ਸਾਰੀ ਖੇਡ ਹੈ। ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹਰ ਥਾਂ ਤੇ ਪ੍ਰਮਾਤਮਾ ਦਾ ਹੁਕਮ ਵਰਤ ਰਿਹਾ। ਇਸ ਕਰਕੇ ਆਪਣੇ ਵਿਵਾਦ ਦੇ ਝਗੜੇ ਦਾ ਫੈਸਲਾ ਵੀ ਪ੍ਰਮਾਤਮਾ ਤੇ ਛੱਡ ਦਵੋ। ਕਾਹੇ ਲੜ ਕਰ ਮਰਨੋ ਠਾਨੋ। ਕਿਉਂ ਤੁਸੀਂ ਆਪਸ ਦੇ ਵਿੱਚ ਝਗੜਾ ਕਰਕੇ, ਲੜ ਕਰਕੇ ਮਰਨਾ ਚਾਹੁੰਦੇ ਹੋ? ਲਿਖ ਦੋਏ ਚਿੱਠੀ ਦਰਬਾਰ ਰਖਾਵੋ। ਤੇ ਸੂਝਵਾਨ ਸਿੱਖਾਂ ਨੇ, ਭਾਈ ਮਨੀ ਸਿੰਘ ਸਾਹਿਬ ਜੀ ਨੇ, ਐਸੇ ਸੂਝਵਾਨ ਸਿੱਖਾਂ ਨੇ ਫੈਸਲਾ ਲਿਆ ਕਿ 2 ਚਿੱਠੀਆਂ ਲਿਖ ਲਓ, ਤੇ 2 ਚਿੱਠੀਆਂ ਲਿਖ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ, ਸ੍ਰੀ ਦਰਬਾਰ ਸਾਹਿਬ ਦੇ ਪਾਵਨ ਸਰੋਵਰ ਦੇ ਵਿੱਚ ਰੱਖ ਦਿਓ। ਅਕੇ ਸੁਮਦਤ ਲਾਵੈ ਪਾਵੋ। ਤੇ ਸਰੋਵਰ ਦੇ ਵਿੱਚ ਰੱਖ ਕਰਕੇ ਪ੍ਰਮਾਤਮਾ ਦੇ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕਰ ਲਿਓ। ਫਤਿਹ ਗੁਰ ਫਤਿਹ ਦਰਸ਼ਨ ਵਾਰੀ। ਇੱਕ ਚਿੱਠੀ ਦੇ ਉੱਤੇ ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ ਲਿਖ ਲਓ। ਇੱਕ ਚਿੱਠੀ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਲਿਖ ਲਓ। ਜੋ ਤਰ ਆਵੇ ਸੋ ਲਿਓ ਧਾਰੀ। ਤੇ ਅਰਦਾਸ ਕਰੋ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਕਿ ਜਿਹੜਾ ਪੰਥ ਸੱਚਾ ਹੈ ਉਹ ਤਰ ਆਵੇ, ਤੇ ਜਿਹੜੀ ਪਰਚੀ ਤਰ ਆਈ ਉਹ ਪੰਥ ਹਰਮੰਦਰ ਸਾਹਿਬ ਦੀ ਸੇਵਾ ਕਰੇਗਾ, ਉਹਦੀ ਜੈ ਜੈਕਾਰ ਹੋਵੇਗੀ। ਡੂਬ ਜਾਏ ਤਿਸ ਦੂਰਹਿ ਕਰਾਇਓ। ਤੇ ਜਿਹੜਾ ਪੰਥ ਵਿਵਾਦ ਕਰਨਾ ਚਾਹੁੰਦਾ ਹੈ, ਭਾਵ ਕਿ ਬੰਦਈ ਸਿੱਖ ਤੇ ਤਤ ਖਾਲਸੇ 2 ਜਥੇ ਬਣ ਗਏ, ਤੇ ਕਹਿੰਦੇ ਜਿਹੜਾ ਅਰਦਾਸ ਕਰੋ ਕਿ ਜਿਹੜਾ ਜਥਾ ਵਿਵਾਦ ਕਰਦਾ ਹੈ, ਝਗੜਾ ਕਰਦਾ ਹੈ, ਉਹਦੀ ਪਰਚੀ ਡੁੱਬ ਜਾਵੇ। ਨੈ ਉਸ ਕੈ ਕੋ ਪੰਥ ਪੁਚਰਿਓ। ਤੇ ਜਿਹਦੀ ਪਰਚੀ ਡੁੱਬ ਗਈ ਉਹਦਾ ਨਾਮ ਦੁਬਾਰਾ ਫਿਰ ਪੰਥ ਦੇ ਵਿੱਚ ਨਹੀਂ ਪ੍ਰਚਾਰਿਆ ਜਾਵੇਗਾ। ਗੁਰਕ ਕਹੇ ਜਾਵੇ ਦੋ ਡੂਬ। ਤੇ ਜਿਹੜੇ ਮੁਗਲ ਹਕੂਮਤ ਦੇ ਸਿਪਾਹੀ ਸੀ ਉਹ ਕਹਿਣ ਲੱਗੇ ਅਸੀਂ ਚਾਹੁੰਦੇ ਆ ਵੀ ਦੋਵੇਂ ਪਰਚੀਆਂ ਡੁੱਬ ਜਾਣ, ਕਿਉਂਕਿ ਜਦੋਂ ਦੋਵੇਂ ਡੁੱਬ ਗਈਆਂ ਫਿਰ ਕਬਜ਼ਾ ਅਸੀਂ ਕਰ ਲਵਾਂਗੇ। ਤੋ ਹਮਰੋ ਕੰਮ ਹੋਏ ਸਭ ਖੂਬ। ਕਹਿਣ ਲੱਗੇ ਜੇ ਦੋਵੇਂ ਪਰਚੀਆਂ ਡੁੱਬ ਗਈਆਂ ਫਿਰ ਸਾਡਾ ਕੰਮ ਆਪਣੇ ਆਪ ਹੀ ਬਣ ਜਾਵੇਗਾ। ਸੋ ਖਾਲਸਾ ਜੀ ਅੱਜ ਵੀ ਸਮਝਣਾ ਚਾਹੀਦਾ ਕਿ ਪੰਥ ਦੇ ਵਿੱਚ ਵਿਵਾਦ, ਪੰਥ ਦੇ ਵਿੱਚ ਝਗੜੇ ਹਕੂਮਤਾਂ ਵੱਲੋਂ ਪਾਏ ਜਾਂਦੇ, ਕਿ ਜਦੋਂ ਸਿੱਖ ਆਪਸੀ ਝਗੜਿਆਂ ਵਿੱਚ, ਆਪਸੀ ਵਿਵਾਦ ਵਿੱਚ ਉਲਝਣਗੇ, ਇਹ ਆਪਸੀ ਵਿਵਾਦ ਵਿੱਚ ਉਲਝ ਕੇ ਖਤਮ ਹੋ ਜਾਣਗੇ ਤੇ ਕਬਜ਼ੇ ਇਹਨਾਂ ਦੇ ਸਥਾਨਾਂ ਤੇ ਅਸੀਂ ਕਰ ਲਵਾਂਗੇ। ਸੋ ਆਪਣੇ ਘਰਾਂ ਦੇ ਮਸਲੇ ਵੀ ਅਸੀਂ ਕਦੇ ਬਾਹਰ ਜਾ ਕਰਕੇ ਹੱਲ ਨਹੀਂ ਕਰਦੇ। ਜਿਹੜੇ ਗੁਰੂ ਘਰਾਂ ਦੇ ਵਿੱਚ ਜਾਂ ਖਾਲਸਾ ਪੰਥ ਦੇ ਵਿੱਚ ਮਸਲੇ ਹੁੰਦੇ ਨੇ, ਮੁੱਦੇ ਹੁੰਦੇ ਨੇ, ਰਲ ਮਿਲ ਕਰਕੇ ਹੱਲ ਕਰ ਲੈਣੇ ਚਾਹੀਦੇ ਨੇ। ਕਦੇ ਰੋਲਾ ਨਹੀਂ ਪਾਉਣਾ ਚਾਹੀਦਾ, ਕਦੇ ਬਾਹਰਲੇ ਲੋਕਾਂ ਨੂੰ ਘਰ ਦੀ ਗੱਲ ਨਹੀਂ ਦੱਸਣੀ ਚਾਹੀਦੀ
ਕਿਉਂਕਿ ਜਦੋਂ ਘਰ ਦੇ ਝਗੜੇ ਬਾਹਰ ਜਾਂਦੇ ਨੇ ਤੇ ਗਵਾਂਢੀ ਬਹੁਤ ਜ਼ਿਆਦਾ ਹੱਸਦੇ ਨੇ, ਤੇ ਜਿਹੜੇ ਹਕੂਮਤਾਂ ਰੂਪੀ ਗਵਾਂਢੀ ਨੇ ਉਹ ਤੇ ਪਹਿਲਾਂ ਹੀ ਚਾਹੁੰਦੇ ਵੀ ਸਿੱਖ ਆਪਸ ਦੇ ਵਿੱਚ ਝਗੜਾ ਕਰੀ ਜਾਣ। ਸੋ ਇਸ ਕਰਕੇ ਅੱਜ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਦੋਹਰਾ ਦੋਏ ਨ ਬਾਤੇ ਮੰਨ ਲਈ, ਉੱਪਰ ਰੱਖੀ ਕਰਤਾਰ। ਸੋ ਬੰਦਈ ਸਿੱਖਾਂ ਨੇ ਤੇ ਤਤ ਖਾਲਸੇ ਨੇ ਇਹ ਗੱਲ ਮੰਨ ਲਈ, ਬਜ਼ੁਰਗਾਂ ਦੀ, ਸਿਆਣੇ ਸਿੱਖਾਂ ਦੀ, ਸੂਝਵਾਨ ਸਿੱਖਾਂ ਦੀ, ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਉੱਤੇ ਗੱਲ ਟਿਕਾ ਦਿਓ। ਪਾਤਸ਼ਾਹੀ ਕਰਨੀ ਖਾਲਸੋ, ਸੋ ਕਿਮ ਹੋ ਵਗਹਾਰ। ਹੁਣ ਭਾਈ ਰਤਨ ਸਿੰਘ ਭੰਗੂ ਕਹਿੰਦੇ ਜਿਨ੍ਹਾਂ ਨੂੰ ਸਾਜਿਆ ਹੀ ਗੁਰੂ ਗੋਬਿੰਦ ਸਿੰਘ ਨੇ ਹੋਵੇ ਉਹ ਹਾਰ ਨਹੀਂ ਸਕਦੇ। ਜਿਹੜੇ ਪਹਿਲਾਂ ਹੀ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਿਹੜੇ ਖਾਲਸੇ ਪ੍ਰਗਟ ਹੀ ਪਰਮਾਤਮਾ ਦੇ ਹੁਕਮ ਵਿੱਚ ਹੋਏ ਨੇ, ਉਹਨਾਂ ਦੀ ਜੈ ਜੈਕਾਰ ਤੇ ਪਰਮਾਤਮਾ ਨੇ ਖੁਦ ਹੀ ਕਰਾਉਣੀ ਹੈ। ਜੋ ਪਈ ਹੋਈ ਖਾਲਸੈ ਦ੍ਰਿੜ ਤੋ ਚੀਤ। ਸੋ ਖਾਲਸਾ ਪੰਥ ਨੂੰ ਪਹਿਲਾਂ ਹੀ ਪਰਮਾਤਮਾ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਪੂਰਾ ਭਰੋਸਾ ਹੈ। ਹਮਕੋ ਗੁਰ ਕੀ ਸਤ ਪ੍ਰਤੀਤ। ਤੇ ਗੁਰੂ ਕੇ ਸਿੱਖ ਕਹਿੰਦੇ ਨੇ ਕਿ ਸਾਨੂੰ ਗੁਰੂ ਦੀ ਸੱਚੀ ਪ੍ਰੀਤ ਹੈ। ਜੋ ਵੀ ਸਤਿਗੁਰੂ ਫੈਸਲਾ ਦੇਣਗੇ ਅਸੀਂ ਸਤ ਕਰਕੇ ਮੰਨ ਲਵਾਂਗੇ। ਵਧੇ ਖਾਲਸੇ ਦਿਨ ਦਿਨ ਕਲਾ। ਇਸ ਤਰ੍ਹਾਂ ਖਾਲਸਾ ਜੀ, ਖਾਲਸੇ ਪੰਥ ਦੀ ਦਿਨੋਂ ਦਿਨ ਚੜ੍ਹਦੀ ਕਲਾ ਹੋ ਰਹੀ ਹੈ, ਕਿਉਂਕਿ ਖਾਲਸੇ ਦਾ ਭਰੋਸਾ ਗੁਰੂ ਦੇ ਚਰਨਾਂ ਵਿੱਚ ਟਿਕਿਆ ਹੈ। ਸਗਨ ਸੋਗ ਸਗਨ ਸੋਨ ਸਭ ਹੋਊਗ ਭਲਾ। ਤੇ ਭਾਵੇਂ ਕੋਈ ਮਾੜਾ ਸਮਾਂ ਵੀ ਆ ਜਾਵੇ ਖਾਲਸੇ ਦੇ ਉੱਤੇ, ਪਰ ਮਾੜੇ ਸਮੇਂ ਨੂੰ ਵੀ ਲੰਘ ਕਰਕੇ ਖਾਲਸਾ ਫਿਰ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਹੈ। ਸੋਰਠ ਚਿੱਠੀ ਲਿਖੀ ਬਣਾਏ ਜਿਮ ਜਿਮ ਆਖੀ ਮੁਨ ਸਭਾ। ਸੋ ਖਾਲਸਾ ਜੀ ਨੇਕ ਪੁਰਸ਼ਾਂ, ਸਿਆਣੇ ਪੁਰਸ਼ਾਂ ਦੀ ਸਲਾਹ ਦੇ ਨਾਲ ਉਹ ਚਿੱਠੀਆਂ ਲਿਖੀਆਂ ਗਈਆਂ ਦੋ ਤਰ੍ਹਾਂ ਦੀਆਂ, ਜਿਹੜੀਆਂ ਹਰਮੰਦਰ ਸਾਹਿਬ ਦੇ ਸਰੋਵਰ ਵਿੱਚ ਪਾਉਣੀਆਂ ਸਨ। ਧਰੀ ਦਰਬਾਰ ਸੋ ਜਾਏ, ਹਾਥ ਜੋੜ ਦੋ ਵੱਲ ਖੜੇ। ਸੋ ਹਰਮੰਦਰ ਸਾਹਿਬ ਜਾ ਕਰਕੇ ਦੋਵੇਂ ਪਰਚੀਆਂ ਰੱਖ ਦਿੱਤੀਆਂ। ਇੱਕ ਦੇ ਉੱਤੇ ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ। ਇੱਕ ਪਰਚੀ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਵੇਂ ਪਰਚੀਆਂ ਰੱਖ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲ ਮੁਖ ਕਰਕੇ ਦੋਵੇਂ ਹੱਥ ਜੋੜ ਕਰਕੇ ਖੜੇ ਹੋ ਗਏ। ਜੋ ਪਈ ਹੈ ਸਤਿਗੁਰੂ ਸਭ ਜਾਨੀ ਜਾਨ। ਅਰਦਾਸ ਕੀਤੀ ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਸੱਚੇ ਪਾਤਸ਼ਾਹ ਤੁਸੀਂ ਜਾਨੀ ਜਾਨ ਹੋ, ਘਟ ਘਟ ਕੇ ਅੰਤਰ ਕੀ ਜਾਣਤ ਹੋ, ਸਾਡੀ ਪੈਜ ਰੱਖੋ। ਭੂਤ ਭਵਿਖ ਤੇ ਉਹ ਵਰਤਮਾਨ। ਤੁਸੀਂ ਭੂਤਕਾਲ ਨੂੰ ਵੀ ਜਾਣਦੇ ਹੋ, ਭਾਵ ਜੋ ਸਮਾਂ ਬੀਤ ਗਿਆ, ਵਰਤਮਾਨ ਨੂੰ ਜਾਣਦੇ ਹੋ ਜੋ ਵਰਤ ਰਿਹਾ ਹੈ, ਭਵਿੱਖ ਕਾਲ ਨੂੰ ਜਾਣਦੇ ਹੋ ਜੋ ਸਮਾਂ ਆਉਣ ਵਾਲਾ ਹੈ। ਪਾਸਟ, ਪ੍ਰੈਜ਼ੈਂਟ, ਫਿਊਚਰ, ਤੁਸੀਂ ਹਰ ਇੱਕ ਸਮੇਂ ਦੇ ਜਾਨੀ ਜਾਨ ਹੋ। ਜੋ ਤੂੰ ਪੰਥ ਵਧਾਇਆ ਲੋੜੇ। ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੁਸੀਂ ਜਿਸ ਪੰਥ ਨੂੰ ਵਧਾਉਣਾ ਚਾਹੁੰਦੇ ਹੋ, ਜੇ ਬੰਦਈਆਂ ਨੂੰ ਵਧਾਉਣਾ ਚਾਹੁੰਦੇ ਹੋ ਤੇ ਜਾਂ ਫਿਰ ਤਤ ਖਾਲਸੇ ਨੂੰ, ਖਾਲਸੇ ਪੰਥ ਨੂੰ ਵਧਾਉਣਾ ਚਾਹੁੰਦੇ ਹੋ। ਲਾ ਕਰ ਪ੍ਰਿਥਵੀ ਜੋ ਨਿਭੇ ਓੜੇ। ਜਿਸ ਤਰ੍ਹਾਂ ਧਰਤੀ ਤੋਂ ਬਿਨਾ ਮਨੁੱਖ ਦਾ ਜੀਵਨ ਨਹੀਂ, ਧਰਤੀ ਜੁਗੋ ਜੁਗ ਅਟਲ ਹੈ। ਸੱਚੇ ਪਾਤਸ਼ਾਹ ਕਿਰਪਾ ਕਰੋ, ਇਸੇ ਤਰ੍ਹਾਂ ਜਦੋਂ ਤੱਕ ਧਰਤੀ ਹੈ, ਸੂਰਜ ਹੈ, ਚੰਦਰਮਾ ਹੈ, ਉਸ ਪੰਥ ਦੀ ਜੈ ਜੈਕਾਰ ਕਰਾ ਦਿਓ ਜਿਸ ਪੰਥ ਨੇ ਇਸ ਧਰਤੀ ਦੀ ਤਰ੍ਹਾਂ ਨਿਭਣਾ ਹੈ। ਜਿਸ ਤਰ੍ਹਾਂ ਧਰਤੀ ਨਹੀਂ ਖਤਮ ਹੋਣੀ, ਉਸੇ ਤਰ੍ਹਾਂ ਪਰਮਾਤਮਾ ਦਾ ਪੰਥ ਖਤਮ ਨਹੀਂ ਹੋਣਾ। ਜਦੋਂ ਤੱਕ ਸੂਰਜ, ਚੰਦਰਮਾ, ਧਰਤੀ ਹੈ, ਉਦੋਂ ਤੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਅਕਾਲੀ ਪੰਥ ਵੀ ਜੁਗੋ ਜੁਗ ਅਟਲ ਹੈ। ਤਾਂ ਕੀ ਚਿੱਠੀ ਅਬ ਧਰ ਆਵੇ। ਸੱਚੇ ਪਾਤਸ਼ਾਹ ਜਿਸ ਪੰਥ ਦੀ ਚੜ੍ਹਦੀ ਕਲਾ ਕਰਾਉਣੀ ਚਾਹੁੰਦੇ ਹੋ, ਉਸ ਪੰਥ ਦੀ ਚਿੱਠੀ ਤਰਦੀ ਰਹਿ ਜਾਵੇ। ਜਿਸ ਪੰਥ ਘਟਨੋ ਉਤ ਬੁੱਢ ਜਾਵੇ। ਤੇ ਜਿਹਦਾ ਪੰਥ ਝੂਠਾ ਹੈ, ਜੋ ਵਿਵਾਦ ਫੈਲਾ ਰਿਹਾ ਹੈ, ਝਗੜਾ ਫੈਲਾ ਰਿਹਾ ਹੈ, ਸਰਕਾਰ ਨਾਲ ਰਲਿਆ ਹੈ, ਸੱਚੇ ਪਾਤਸ਼ਾਹ ਉਸ ਦੀ ਪਰਚੀ ਡੁੱਬ ਜਾਵੇ। ਤੁਮ ਤੈ ਸ਼ਾਨੀ ਕੋ ਨ ਬਾਤੈ। ਸੱਚੇ ਪਾਤਸ਼ਾਹ ਤੁਹਾਡੇ ਤੋਂ ਵਧੀਆ ਫੈਸਲਾ ਦੇਣ ਵਾਲਾ ਕੋਈ ਵੀ ਨਹੀਂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਅਸਲ ਦੇ ਵਿੱਚ ਤੁਹਾਡਾ ਫੈਸਲਾ ਹੀ ਅਸੀਂ ਸਤ ਕਰਕੇ ਮੰਨਾਂਗੇ। ਤੁਮ ਨਿਜ ਕਰਤੇ ਨਿਜ ਵਿਧਾਤੈ। ਸੱਚੇ ਪਾਤਸ਼ਾਹ ਤੁਸੀਂ ਹੀ ਕਰਤਾ ਪੁਰਖ ਹੋ, ਤੁਸਾਂ ਨੇ ਹੀ ਇਸ ਖਾਲਸੇ ਪੰਥ ਦੀ ਰਚਨਾ ਕੀਤੀ ਹੈ। ਉਤੋ ਕੰਨਿਆ ਤੈ ਸੂਤ ਕਤਾਇਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਇਹ ਖਾਲਸੇ ਪੰਥ ਦੀ ਡੋਰੀ ਹੁਣ ਤੁਹਾਡੇ ਚਰਨਾਂ ਦੇ ਵਿੱਚ ਹੈ। ਦੋਏ ਚਿੱਠਨ ਕੇ ਉੱਪਰ ਬੰਧਾਇਆ। ਸੋ ਖਾਲਸਾ ਜੀ ਹੁਣ ਇੱਕ ਧਾਗਾ ਲੈ ਕਰਕੇ, ਸੂਤ ਲੈ ਕਰਕੇ, ਉਹ ਦੋਵੇਂ ਜਿਹੜੀਆਂ ਚਿੱਠੀਆਂ ਸਨ ਉਹ ਧਾਗੇ ਦੇ ਨਾਲ ਬੰਨ੍ਹ ਦਿੱਤੀਆਂ, ਬੰਦ ਕਰ ਦਿੱਤੀਆਂ। ਸਦ ਬਾਲਕ ਹੱਥ ਦਈ ਧਰਾਏ। ਤੇ ਹਰਮੰਦਰ ਸਾਹਿਬ ਵਿਖੇ ਇੱਕ ਨਿੱਕਾ ਜਿਹਾ ਬੱਚਾ ਸੀ, ਬਾਲਕ ਸੀ,
ਜਿਹੜਾ ਆਪਣੇ ਮਾਤਾ ਪਿਤਾ ਨਾਲ ਦਰਸ਼ਨ ਕਰਨ ਆਇਆ ਸੀ, ਉਸ ਬਾਲਕ ਨੂੰ, ਉਸ ਬੱਚੇ ਨੂੰ ਗੁਰੂ ਕੇ ਸਿੱਖਾਂ ਨੇ ਕੋਲ ਬੁਲਾਇਆ। ਮਦ ਦਰਬਾਰ ਹਰ ਪੌੜੀ ਥਾਏ। ਤੇ ਜਿੱਥੇ ਅੱਜ ਹਰ ਕੀ ਪੌੜੀ ਹੈ, ਜਿੱਥੇ ਅੱਜ ਵੀ ਸੰਗਤਾਂ ਜਾ ਕਰਕੇ ਜਲ ਲੈਂਦੀਆਂ ਨੇ, ਜਲ ਛਕ ਕੇ ਉਹਨਾਂ ਦੇ ਦੁੱਖ ਦੂਰ ਹੁੰਦੇ ਨੇ। ਖਾਲਸਾ ਜੀ ਉਸ ਬੱਚੇ ਨੂੰ ਪਰਚੀਆਂ ਪਕੜਾ ਕਰਕੇ ਹਰ ਕੀ ਪੌੜੀ ਕੋਲ ਲੈ ਗਏ। ਇੱਕ ਵਾਰ ਦੋ ਹੇਠਾਏ ਗਈ। ਤੇ ਇਹ ਬਚਨ ਕੀਤਾ ਬੱਚੇ ਨੂੰ ਕਿ ਇੱਕੋ ਵਾਰ ਦੇ ਵਿੱਚ ਇਹ ਦੋਵੇਂ ਪਰਚੀਆਂ ਸਰੋਵਰ ਦੇ ਵਿੱਚ ਸੱਟ ਦੇ। ਤੇ ਖਾਲਸਾ ਜੀ ਉਸ ਬੱਚੇ ਨੇ ਇੱਕੋ ਵਾਰ ਦੇ ਵਿੱਚ ਦੋਵੇਂ ਪਰਚੀਆਂ ਸਰੋਵਰ ਦੇ ਵਿੱਚ ਸੱਟ ਦਿੱਤੀਆਂ। ਦੋ ਤਰਫ ਕੋ ਚਿੰਤਾ ਪਈ। ਤੇ ਜਦੋਂ ਦੋਵੇਂ ਪਰਚੀਆਂ ਸਰੋਵਰ ਦੇ ਵਿੱਚ ਡੁੱਬ ਗਈਆਂ ਤੇ ਕਹਿੰਦੇ ਇੱਕ ਵਾਰ ਗੁਰੂ ਕੇ ਸਿੱਖ ਚਿੰਤਤ ਹੋ ਗਏ। ਮਤ ਕਤ ਜਾਵੇ ਦੋ ਬੂਢੇ। ਦੋਵੇਂ ਪਾਸੇ ਦੇ ਸਿੱਖ ਸੋਚਦੇ ਕਿ ਕਿਤੇ ਦੋਵੇਂ ਪਰਚੀਆਂ ਹੀ ਨਾ ਡੁੱਬ ਜਾਣ, ਕਿਉਂਕਿ ਜੇ ਦੋਵੇਂ ਡੁੱਬ ਗਈਆਂ ਹਕੂਮਤ ਨੇ ਆ ਕਰਕੇ ਕਬਜ਼ਾ ਕਰ ਲੈਣਾ। ਤੂੰ ਰਹੇ ਨਾ ਹਿੰਦੂ ਕਹੂੰ ਕਿਤ ਢੂੰਡੇ। ਤੇ ਜੇ ਦੋਵੇਂ ਪਰਚੀਆਂ ਡੁੱਬ ਗਈਆਂ, ਹਕੂਮਤ ਦਾ ਕਬਜ਼ਾ ਹੋ ਗਿਆ ਤੇ ਭਾਰਤ ਦੀ ਧਰਤੀ ਤਬਾਹ ਹੋ ਜਾਵੇਗੀ। ਸੂਰਠਾ ਇਬਹੀ ਆਖੇ ਬਹੁਤ ਖੜੋ ਸਿਆਣੇ ਨਰ ਤਹੀਂ। ਖਾਲਸਾ ਜੀ ਜਦੋਂ ਦੋਵੇਂ ਆਪਸ ਦੇ ਵਿੱਚ ਚਿੰਤਤ ਹੁੰਦੇ ਤੇ ਕੁਝ ਸੂਝਵਾਨ ਸਿੱਖ ਕਹਿੰਦੇ ਭਾਈ ਸਬਰ ਰੱਖੋ, ਹੌਸਲਾ ਰੱਖੋ, ਗੁਰੂ ਰਾਮਦਾਸ ਦੇ ਘਰ ਤੇ ਭਰੋਸਾ ਰੱਖੋ। ਜੋ ਚਿੱਠੀ ਦੋ ਤਰਤ ਰਹੇ ਪੰਥ ਦੋ ਅਮਰਾ। ਅਰਦਾਸ ਕਰੋ ਗੁਰੂ ਰਾਮਦਾਸ ਜੋ ਵੀ ਫੈਸਲਾ ਲੈਣ ਸੱਚਾ ਹੋਵੇ, ਤੇ ਭਾਵੇਂ ਦੋਵੇਂ ਪਰਚੀਆਂ ਵੀ ਡੁੱਬਦੀਆਂ ਰਹਿ ਗਈਆਂ ਤੇ ਤਾਂ ਵੀ ਕੋਈ ਗੱਲ ਨਹੀਂ, ਆਪਸੀ ਝਗੜੇ ਬਾਅਦ ਵਿੱਚ ਹੱਲ ਕਰ ਲਵਾਂਗੇ, ਪਰ ਰਲ ਕੇ ਪਹਿਲਾਂ ਮੁਗਲ ਹਕੂਮਤ ਦਾ ਮੁਕਾਬਲਾ ਕਰਾਂਗੇ। ਦੋਹਰਾ ਠਾਂਡ ਪਏ ਕਰ ਜੋਰ ਸਭ ਉੱਚੋ ਕਰ ਅਰਦਾਸ। ਹੁਣ ਦੋਵੇਂ ਜਥੇ ਖਾਲਸਾ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੱਲ ਮੁਖ ਕਰਕੇ ਉੱਚੀ ਉੱਚੀ ਪੁਕਾਰਾਂ ਕਰਕੇ ਦੋਵੇਂ ਹੱਥ ਜੋੜ ਕੇ ਅਰਦਾਸਾਂ ਕਰਨ ਲੱਗੇ। ਪਰ ਵੇਖੋ ਅਰਦਾਸ ਭਾਵੇਂ ਕੋਈ ਕਰੇ, ਪਰ ਅਰਦਾਸ ਸੁਣੀ ਉਹਦੀ ਜਾਂਦੀ ਹੈ ਜਿਹਦੀ ਅਰਦਾਸ ਦਿਲੋਂ ਨਿਕਲਦੀ ਹੈ, ਜਿਹੜਾ ਸੱਚੇ ਦਿਲੋਂ ਅਰਦਾਸ ਕਰਦਾ ਹੈ। ਭਾਵੇਂ ਕੋਈ ਸਮਝੇ ਕਿ ਮਾਇਆ ਰੱਖ ਕਰਕੇ, ਪਦਾਰਥ ਰੱਖ ਕਰਕੇ ਸੋਹਣੇ ਸੋਹਣੇ ਸ਼ਬਦਾਂ ਨਾਲ ਅਰਦਾਸ ਕਰਾਂਗਾ ਤੇ ਅਰਦਾਸ ਸੁਣੀ ਜਾਵੇਗੀ। ਅਸਲ ਦੇ ਵਿੱਚ ਭਾਵੇਂ ਤੁਹਾਨੂੰ ਬੋਲਣਾ ਵੀ ਨਾ ਆਵੇ, ਪਰ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਭਰੋਸਾ ਹੋਵੇ, ਗੁਰੂ ਦੇ ਚਰਨਾਂ ਵਿੱਚ ਭਰੋਸਾ ਹੋਵੇ, ਤੇ ਸੱਚੇ ਪਾਤਸ਼ਾਹ ਤੇ ਐਸੀ ਰਹਿਮਤਾਂ ਦੇ ਮਾਲਕ ਨੇ ਬਿਨ ਬੋਲਿਆ ਸਭ ਕੁਝ ਜਾਣਦਾ। ਖਾਲਸਾ ਜੀ ਇਸ ਗੁਰੂ ਅੱਗੇ ਬੋਲਣਾ ਵੀ ਨਾ ਆਵੇ, ਪਰ ਦਿਲ ਸਾਫ਼ ਹੋਵੇ, ਅੰਦਰ ਦੀ ਮੰਗ ਸੱਚੀ ਹੋਵੇ, ਤੇ ਸੱਚੇ ਪਾਤਸ਼ਾਹ ਬਿਨਾਂ ਸੁਣਿਆ ਅਰਦਾਸ ਪੂਰੀ ਕਰ ਦਿੰਦੇ ਨੇ। ਸੋ ਹੁਣ ਅਰਦਾਸਾਂ ਕਰਦੇ, ਪਰ ਅਰਦਾਸ ਸੁਣੀ ਉਹਦੀ ਜਾਣੀ ਹੈ ਜਿਹੜਾ ਸੱਚੇ ਦਿਲੋਂ ਅਰਦਾਸ ਕਰ ਰਿਹਾ ਹੈ। ਚਿੱਠੀ ਤਿਸੈ ਤਰਾਇਓ ਕਰਨੋ ਜਿਸੇ ਪ੍ਰਗਾਸ। ਅਰਦਾਸ ਕੀਤੀ ਮਹਾਰਾਜ ਉਹਦੀ ਚਿੱਠੀ ਤਰਦੀ ਰਹਿ ਜਾਵੇ ਜਿਸ ਦੇ ਪੰਥ ਦਾ ਪ੍ਰਕਾਸ਼ ਕਰਾਉਣਾ ਹੈ। ਤੋ ਡੁਬਕੀ ਲੈ ਇਨ ਤਰਿਓ ਚਿੱਠੀ ਗੈਲੋ ਏਕ। ਹੁਣ ਖਾਲਸਾ ਜੀ ਅਰਦਾਸ ਤੋਂ ਬਾਅਦ ਇੱਕ ਚਿੱਠੀ ਡੁਬਕੀ ਲਾ ਕਰਕੇ ਤੈਰਦੀ ਸਰੋਵਰ ਦੇ ਉੱਪਰ ਆ ਗਈ। ਤੋ ਸਿੱਖਨ ਕੁਛ ਜਿਦ ਪੜੀ ਰੱਖੀ ਗੁਰੂ ਅਬ ਟੇਕ। ਤਾਂ ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਿੱਖਾਂ ਨੇ ਟੇਕ ਟਿਕਾਈ, ਬੇਨਤੀਆਂ ਕਰਨ ਲੱਗੇ। ਚੌਪਈ ਦੋ ਤੁਰਰ ਤੇ ਪਕੜਨ ਦੌੜੇ। ਹੁਣ ਦੋਵੇਂ ਜਥਾਂ ਦੇ ਬੰਦਈ ਸਿੱਖਾਂ ਦੇ ਤੇ ਤਤ ਖਾਲਸੇ ਦੇ ਸਿੱਖ ਪਰਚੀ ਨੂੰ ਪਕੜਨ ਵਾਸਤੇ ਬੜੀ ਜਲਦੀ ਨਾਲ ਦੌੜ ਕੇ ਜਾਂਦੇ ਨੇ। ਫੜ ਸ਼ਸਤਰ ਆਗੇ ਧੋੜੇ। ਆਪੋ ਆਪਣੇ ਸ਼ਸਤਰਾਂ ਨੂੰ ਹੱਥ ਪਾ ਕਰਕੇ ਭੱਜ ਕੇ ਜਾਂਦੇ ਨੇ ਪਰਚੀ ਪਕੜਨ ਵਾਸਤੇ। ਤੈ ਹੁਤੇ ਦਰੋਗੇ ਤੁਰਕਨ ਕੋ। ਹੁਣ ਉੱਥੇ ਹਕੂਮਤ ਦੇ ਫੌਜਦਾਰ ਥਾਣੇਦਾਰ ਵੀ ਖੜੇ ਹੋ ਕਰਕੇ ਇਹ ਕੋਤਕ ਵੇਖ ਰਹੇ ਨੇ। ਕਹੀ ਮੁਨਸਬੇ ਦੇਖੇ ਤੋ। ਉਹ ਸਾਰੇ ਹਕੂਮਤ ਦੇ ਸਿਪਾਹੀ ਗੌਰ ਨਾਲ ਵੇਖਦੇ ਵੀ ਹੁਣ ਕੀ ਫੈਸਲਾ ਹੋਵੇਗਾ। ਤੁਰਕ ਦਰੋਗਨ ਪਕੜ ਮੰਗਾਇਓ। ਖਾਲਸਾ ਜੀ ਜਿਹੜੇ ਤੁਰਕ ਸਨ, ਉਹਨਾਂ ਦੇ ਦਰੋਗੇ ਸਨ, ਥਾਣੇਦਾਰ ਸਨ, ਉਹ ਵੀ ਆਪਣੇ ਸਿਪਾਹੀਆਂ ਨੂੰ ਕਹਿੰਦੇ ਕਿ ਜਾ ਕਰਕੇ ਪਰਚੀ ਪਕੜੋ। ਪੜ ਕਰ ਖਾਲਸੇ ਹੱਥ ਫੜਾਇਓ। ਤੇ ਪਰਚੀ ਪੜ ਕਰਕੇ ਖਾਲਸੇ ਦੇ ਹੱਥ ਫੜਾ ਦਿਓ। ਇਸ ਤਰ੍ਹਾਂ ਸਿਪਾਹੀਆਂ ਨੂੰ ਹਦਾਇਤ ਕੀਤੀ ਕਿ ਪਰਚੀ ਪਕੜੋ ਤੇ ਪਰਚੀ ਦਾ ਫੈਸਲਾ ਪੜ ਕੇ ਖਾਲਸੇ ਨੂੰ ਸੁਣਾ ਦਿਓ। ਫਤਿਹ ਗੁਰੂ ਕੀ ਹੈ ਤਰ ਆਈ। ਖਾਲਸਾ ਜੀ ਜਦੋਂ ਜਾ ਕਰਕੇ ਪਰਚੀ ਪਕੜੀ, ਹਰਮੰਦਰ ਸਾਹਿਬ ਦੇ ਸਰੋਵਰ ਤੋਂ ਜਿਹੜੀ ਪਰਚੀ ਤਰ ਕੇ ਆਈ ਸੀ, ਪਰਚੀ ਖੋਲੀ ਤੇ ਪਰਚੀ ਦੇ ਉੱਤੇ ਲਿਖਿਆ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ ਵਾਲੀ ਪਰਚੀ ਤਰ ਕੇ ਆ ਗਈ। ਦੋ ਉਰ ਉਨ ਆਖ ਸੁਣਾਈ, ਤੇ ਦੋਵਾਂ ਜਥਿਆਂ ਨੂੰ ਇਹ ਪਰਚੀ ਦਾ ਜਵਾਬ ਸੁਣਾ ਦਿੱਤਾ। ਯੋ ਸੁਨ ਖਾਲਸੇ ਸਾਦੀ ਭਈ। ਹੁਣ ਜਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀ ਪਰਚੀ ਤਰ ਕੇ ਉੱਪਰ ਆ ਗਈ ਸਰੋਵਰ ਦੇ, ਕਹਿੰਦੇ ਖਾਲਸੇ ਪੰਥ ਦੇ ਮਨ ਦੇ ਵਿੱਚ ਖੁਸ਼ੀਆਂ ਆ ਗਈਆਂ। ਗੁਰੂ ਕੇ ਸਿੰਘ ਸਤਿਗੁਰੂ ਦਾ ਸ਼ੁਕਰ ਕਰਨ ਲੱਗੇ। ਜਨਕ ਬੰਦੀਆਂ ਮਾਂ ਮਰ ਗਈ। ਤੇ ਖਾਲਸਾ ਜੀ ਜਿਹੜੇ ਬੰਦਈ ਸਿੱਖ ਗੁਰੂ ਸਿੱਖਾਂ ਦਾ ਵਿਰੋਧ ਕਰਦੇ ਸੀ, ਕਹਿੰਦੇ ਉਹਨਾਂ ਨੂੰ ਇਸ ਤਰ੍ਹਾਂ ਹੋ ਗਿਆ ਜਿਵੇਂ ਘਰ ਵਿੱਚ ਮੌਤ ਹੋ ਗਈ ਹੋਵੇ। ਕਹਿੰਦੇ ਉਹ ਬੜੀ ਨਿਰਾਸ਼ਤਾ ਵਿੱਚ ਆ ਗਏ। ਸੁਣਤ ਚਿੱਠੀ ਉਨ ਬੰਦਿਓ ਹੰਦੇਸਾ। ਕਹਿੰਦੇ ਨੇ ਚਿੱਠੀ ਦਾ ਜਵਾਬ ਸੁਣ ਕਰਕੇ ਉਹਨਾਂ ਦੇ ਹੌਸਲੇ ਟੁੱਟ ਗਏ, ਹੰਕਾਰ ਟੁੱਟ ਗਿਆ। ਜਨ ਨਿਜ ਨਿਪਰੇ ਗਿਓ ਛੁੱਟ ਦੇਸਾ। ਇਸ ਤਰ੍ਹਾਂ ਹੋਇਆ ਜਿਵੇਂ ਦੇਸ਼ ਦਾ ਰਾਜ ਚਲਿਆ ਗਿਆ ਹੋਵੇ। ਬੰਦਈ ਸਿੱਖਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਰਾਜ ਖਤਮ ਹੋ ਗਿਆ ਹੋਵੇ। ਸਰਪ ਸੀਸ ਤੇ ਜਿਮ ਮਣ ਜਾਵੇ। ਕਹਿੰਦੇ ਜਿਸ ਤਰ੍ਹਾਂ ਮਣੀ ਵਾਲਾ ਸੱਪ ਹੁੰਦਾ, ਸੱਪ ਦੇ ਸਿਰੋਂ ਮਣੀ ਲੈ ਜਾਵੇ, ਜਿਸ ਤਰ੍ਹਾਂ ਉਹਨੂੰ ਦੁੱਖ ਹੁੰਦਾ, ਅੱਜ ਉਹੀ ਦੁੱਖ ਬੰਦਈ ਸਿੱਖਾਂ ਨੂੰ ਹੋਇਆ। ਮੀਨ ਤਰਫੇ ਜਿਮ ਨੀਰ ਨਾ ਪਾਵੇ। ਕਹਿੰਦੇ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ, ਇਸ ਤਰ੍ਹਾਂ ਬੰਦਈ ਸਿੱਖ ਤੜਫਦੇ ਨੇ। ਸੋਚ ਕਰੇ ਉਹ ਕਰੇ ਪਛਤਾਵਾ। ਹੁਣ ਸੋਚਦੇ ਨੇ, ਵਿਚਾਰਾਂ ਕਰਦੇ, ਮੱਥੇ ਤੇ ਹੱਥ ਮਾਰ ਕਰਕੇ ਪਛਤਾਵੇ ਕਰਦੇ ਨੇ। ਉਬੇ ਸਾਸ ਕਰ ਲੇਵੇ ਹਵਾ। ਹੁਣ ਠੰਡੇ ਸਾਹ ਆਉਂਦੇ ਨੇ, ਬੜੇ ਔਖੇ ਸਾਹ ਬੰਦਈ ਸਿੱਖ ਭਰਦੇ ਨੇ। ਦੋਰਾ ਦਏ ਨ ਪ੍ਰਿਤਮੀ ਬਿਹਾੜ ਤਿੰਨ, ਉਹ ਆਕਾਸ਼ੇ ਉਡਿਓ ਨਾ ਜਾਏ। ਹੁਣ ਕਹਿੰਦੇ ਨੇ ਉਹ ਐਸੇ ਹਾਲਾਤ ਹੋ ਗਏ ਬੰਦਈ ਸਿੱਖਾਂ ਦੇ, ਜਦੋਂ ਗੁਰੂ ਰਾਮਦਾਸ ਜੀ ਨੇ ਜਵਾਬ ਦਿੱਤਾ ਕਿ ਖਾਲਸਾ ਜੀ ਉਹਨਾਂ ਨੂੰ ਖੜਨ ਵਾਸਤੇ ਧਰਤੀ ਨਜ਼ਰ ਨਾ ਆਵੇ ਤੇ ਉੱਡਣ ਵਾਸਤੇ ਆਕਾਸ਼ ਨਜ਼ਰ ਨਾ ਆਵੇ। ਹਮ ਮਰੋਰੇ ਸਿਰ ਤੁਨੇ ਜਗਾ ਲੁਕਨ ਨਹਿ ਪਾਏ। ਕਹਿੰਦੇ ਹੱਥ ਮਰੋੜਦੇ ਨੇ, ਹੱਥ ਮਰੋੜ ਕਰਕੇ ਜਦੋਂ ਗੁਰਸਿੱਖਾਂ ਦੇ ਚਿਹਰਿਆਂ ਵੱਲ ਵੇਖਦੇ ਤੇ ਕਹਿੰਦੇ ਸ਼ਰਮਿੰਦੇ ਹੋ ਕਰਕੇ ਜਗ੍ਹਾ ਲੱਭਦੇ ਵੀ ਕਿੱਥੇ ਜਾ ਕਰਕੇ ਮੂੰਹ ਲੁਕਾਈਏ, ਵੀ ਅਸੀਂ ਤਾਂ ਇਹਨਾਂ ਦਾ ਵਿਰੋਧ ਕਰਦੇ ਰਹਿ ਗਏ, ਖਾਲਸਿਆਂ ਨੂੰ ਮਾੜਾ ਬੋਲਦੇ ਰਹਿ ਗਏ, ਅਸੀਂ ਤਾਂ ਕਹਿੰਦੇ ਰਹਿ ਗਏ ਸਾਡੇ ਗੁਰੂ ਵਿੱਚ ਵੱਡੀ ਤਾਕਤ ਹੈ। ਪਰ ਅੱਜ ਗੁਰੂ ਰਾਮਦਾਸ ਦੇ ਘਰ ਦੀ ਤਾਕਤ ਵੇਖ ਕਰਕੇ ਦੋਵੇਂ ਜਿਹੜੇ ਬੰਦਈ ਸਿੱਖਾਂ ਦੇ ਜਥੇ ਸੀ, ਖਾਲਸਾ ਜੀ ਬੜੇ ਸ਼ਰਮਿੰਦੇ ਹੋ ਗਏ। ਤੇ ਵੇਖੋ ਇਹ ਪੁਰਾਣੇ ਸਮੇਂ ਦੇ ਵਿੱਚ ਸਾਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਪੂਰਵਜਾਂ ਦੀ ਵੱਡਿਆਂ ਦੀ ਕਮਾਈ ਕਿੰਨੀ ਸੀ, ਭਰੋਸਾ ਕਿੰਨਾ ਸੀ ਕਿ ਭਾਵੇਂ ਪੰਥ ਵਿੱਚ ਵਿਵਾਦ ਹੋਇਆ, ਝਗੜਾ ਹੋਇਆ, ਪਰ ਉਹਨਾਂ ਨੇ ਝਗੜਾ ਕਿੰਨੇ ਸੁਖਾਲੇ ਢੰਗ ਨਾਲ ਖਤਮ ਕਰ ਦਿੱਤਾ। ਖਾਲਸਾ ਜੀ ਕਿਸੇ ਨੂੰ ਮਾੜਾ ਨਹੀਂ ਬੋਲੇ, ਕਿਸੇ ਤੇ ਡਾਂਗ ਨਹੀਂ ਚਲਾਈ। ਝਗੜਾ ਖਤਮ ਕਰਨ ਲੱਗਿਆਂ ਇੱਕ ਪਲ ਨਹੀਂ ਲਾਇਆ। ਹਰਮੰਦਰ ਸਾਹਿਬ ਦੇ ਸਰੋਵਰ ਤੇ ਹੀ ਕਿੰਨਾ ਭਰੋਸਾ ਸੀ, ਪਰਚੀਆਂ ਪਾ ਦਿੱਤੀਆਂ, ਜਿਹੜੀ ਪਰਚੀ ਤਰ ਆਏਗੀ ਉਹਦਾ ਪੰਥ ਸੇਵਾ ਕਰੇਗਾ ਤੇ ਦੂਜਾ ਚਲਿਆ ਜਾਵੇਗਾ, ਪਰ ਵਿਵਾਦ ਨਹੀਂ ਕਰੇਗਾ। ਸੋ ਅੱਜ ਵੀ ਸਾਨੂੰ ਜਦੋਂ ਝਗੜੇ ਖਤਮ ਕਰਨੇ ਹੋਣ ਨਾ, ਵਿਵਾਦ ਹੋ ਜਾਵੇ, ਝਗੜਾ ਹੋ ਜਾਵੇ, ਤੇ ਕਦੇ ਵੀ ਸਿੱਖ ਨੂੰ ਇੰਨਾ ਵੀ ਭੱਦੀ ਸ਼ਬਦਾਵਲੀ ਨਾ ਬੋਲੇ, ਮਾੜਾ ਨਾ ਬੋਲੇ, ਬਲਕਿ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਆ ਕਰਕੇ ਅਰਦਾਸ ਕਰੇ, ਅਰਦਾਸ ਕਰਕੇ ਖਾਲਸਾ ਜੀ ਹੁਕਮਨਾਮਾ ਲੈ ਲਵੇ। ਤੇ ਇਹ ਸੱਚ ਹੈ, ਜੋ ਵੀ ਅਰਦਾਸ ਕਰਕੇ ਹੁਕਮਨਾਮਾ ਲਓਗੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਹੁਕਮਨਾਮੇ ਦੇ ਵਿੱਚ ਤੁਹਾਡੀ ਅਰਦਾਸ ਦਾ ਜਵਾਬ ਜ਼ਰੂਰ ਦੇਣਗੇ, ਕਿਉਂਕਿ ਸਤਿਗੁਰੂ ਜਾਗਤਾ ਹੈ ਦੇਵ। ਇਹ ਸਤਿਗੁਰੂ ਜਾਗਦੀ ਜੋਤ ਹੈ, ਸਤਿਗੁਰੂ ਸਦਾ ਜਵਾਬ ਦਿੰਦੇ ਨੇ। ਚੋਪਈ ਖਾਲਸੇ ਕੀਨੋ ਜੈ ਜੈਕਾਰੇ। ਹੁਣ ਜਦੋਂ ਗੁਰੂ ਕੀ ਫਤਿਹ ਵਾਲੀ ਪਰਚੀ ਤਰ ਕੇ ਆ ਗਈ ਤੇ ਗੁਰੂ ਕੇ ਖਾਲਸੇ ਗੁਰੂ ਰਾਮਦਾਸ ਜੀ ਦੀਆਂ ਜੈ ਜੈਕਾਰਾਂ ਕਰਦੇ ਨੇ। ਉੱਚੇ ਕਰ ਕਰ ਫਤਿਹ ਉਚਾਰੇ। ਤੇ ਖਾਲਸਾ ਜੀ ਉੱਚੀ ਉੱਚੀ ਹਰਮੰਦਰ ਸਾਹਿਬ ਵਿਖੇ ਖੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਉਂਦੇ। ਅੱਜ ਵੀ ਜਦੋਂ ਹਰਮੰਦਰ ਸਾਹਿਬ ਅੰਮ੍ਰਿਤ ਵੇਲੇ ਇਸ਼ਨਾਨ ਦੀ ਸੇਵਾ ਹੁੰਦੀ ਜਾਂ ਕਵਾੜ ਖੋਲਦੇ ਖਾਲਸਾ ਜੀ, ਤਾਂ ਜਾਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਆਉਂਦਾ ਹੈ, ਆਪ ਜੀ ਅੱਜ ਵੀ ਦਰਸ਼ਨ ਕਰ ਸਕਦੇ। ਉੱਥੇ ਅੱਜ ਵੀ ਗੁਰੂ ਕੇ ਸਿੰਘ ਬੜੀ ਗਰਜਵੀਂ ਆਵਾਜ਼ ਦੇ ਵਿੱਚ ਫਤਿਹ ਦਾ ਨਾਰਾ ਬੁਲੰਦ ਕਰਦੇ ਨੇ। ਫੜ ਫੜ ਖੰਡੇ ਖੁਸ਼ੀਆਂ ਕਰਨਾ। ਕਹਿੰਦੇ ਹੱਥ ਦੇ ਵਿੱਚ ਤੇਗਾਂ ਖੰਡੇ ਪਕੜ ਕਰਕੇ ਖੁਸ਼ੀਆਂ ਮਨਾਉਂਦੇ ਨੇ। ਕਰ ਅਰਦਾਸ ਖੜ ਬਾਣੀਆਂ ਪੜਨਾ। ਕਹਿੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਕੇ ਬਾਣੀ ਪੜ੍ਹਦੇ ਨੇ
ਕਿ ਐ ਧੰਨ ਗੁਰੂ ਰਾਮਦਾਸ ਤੂੰ ਸਾਡੇ ਨਿਮਾਣਿਆਂ ਨੂੰ ਮਾਣ ਬਖਸ਼ ਕਰਕੇ ਸਾਡੀ ਲਾਜ ਰੱਖ ਲਈ। ਪਿਓ ਤਸ਼ਾ ਪੰਥ ਖਾਲਸੇ ਸਾਰ, ਇਸ ਤਰ੍ਹਾਂ ਖਾਲਸੇ ਪੰਥ ਦੇ ਵਿੱਚ ਹੋਰ ਵੀ ਉਤਸ਼ਾਹ ਵੱਧ ਗਿਆ। ਜਿੱਤਿਓ ਖਾਲਸਾ ਸੱਚੇ ਦਰਬਾਰ, ਧੰਨ ਗੁਰੂ ਰਾਮਦਾਸ ਦੇ ਦਰਬਾਰ ਦੇ ਵਿੱਚ ਖਾਲਸੇ ਪੰਥ ਦੀ ਜਿੱਤ ਹੋ ਗਈ। ਐਸੀ ਖੁਸ਼ੀ ਸਿੰਘਨ ਪੰਥ ਭਾਈ, ਐਸੀ ਖੁਸ਼ੀਆਂ ਗੁਰੂ ਖਾਲਸੇ ਦੇ ਹਿੱਸੇ ਆਈਆਂ। ਦੈਤ ਮਾਰ ਜਿਮ ਦੇਵਨ ਕਈ, ਕਹਿੰਦੇ ਜਿਸ ਤਰ੍ਹਾਂ ਦੈਂਤਾਂ ਨੂੰ ਮਾਰ ਕੇ ਦੇਵਤਿਆਂ ਦੀ ਜਿੱਤ ਹੋਈ, ਉਹੀ ਜਿੱਤ ਖਾਲਸੇ ਦੀ ਝੋਲੀ ਆਈ। ਉਤੋਂ ਖਾਲਸੋ ਵੱਲ ਬੰਦਨ ਗਿਓ, ਹੁਣ ਖਾਲਸਾ ਪੰਥ ਸੇਵਾ ਕਰਨ ਲੱਗਾ ਤੇ ਬੰਦਈ ਸਿੱਖ ਵਾਪਸ ਨੂੰ ਮੁੜ ਗਏ। ਤਿਨ ਆਏ ਡੇਰੋ ਸਿੰਘਨ ਵੱਲ ਕਿਹੋ, ਤੇ ਕੁਝ ਗੁਰੂ ਕੇ ਸਿੱਖਾਂ ਦੇ ਪ੍ਰਤਾਪ ਨੂੰ ਵੇਖ ਕੇ ਬੰਦਈ ਸਿੱਖ ਖਾਲਸੇ ਪੰਥ ਵਿੱਚ ਰਲ ਗਏ। ਕਿਛ ਨਠ ਗਏ ਕਿਛ ਹੋਏ ਰਹੇ ਸੁਨ, ਕੁਝ ਭੱਜ ਗਏ, ਕੁਝ ਉੱਥੇ ਹੀ ਸੁੰਨ ਹੋ ਕਰਕੇ ਖੜੇ ਰਹਿ ਗਏ। ਜਨ ਕਰ ਮੋਨ ਧਾਰ ਬਹਿ ਮੁਨ, ਜਿਸ ਤਰ੍ਹਾਂ ਮੋਨੀ ਹੁੰਦੇ ਬੋਲ ਨਹੀਂ ਸਕਦੇ, ਉਸ ਤਰ੍ਹਾਂ ਮੌਨ ਧਾਰਨ ਕਰਕੇ ਉੱਥੇ ਹੀ ਖੜੇ ਰਹਿ ਗਏ। ਉਤੇ ਜੇ ਕਿਛ ਤਿਸ ਮਦ ਹੰਕਾਰੀ, ਤੇ ਜਿਹੜੇ ਹੰਕਾਰੀ ਸਨ, ਜਿਹੜੇ ਗਰਭ ਕਰਦੇ ਸਨ, ਤਿਨ ਮਰਨੇ ਪਰ ਮਨਸਾ ਧਾਰੀ, ਖਾਲਸੇ ਦਾ ਵਿਰੋਧ ਕਰਨ ਆਏ ਸਨ, ਖਾਲਸੇ ਨੂੰ ਮਾਰਦੇ ਮਾਰਦੇ ਆਪ ਹੀ ਮਰ ਗਏ। ਜਿਮ ਜਿਮ ਮੌਤ ਤਿਨੇ ਸਿਰ ਆਈ, ਸੋ ਖਾਲਸਾ ਜੀ ਜਿਹੜੇ ਖਾਲਸੇ ਦਾ ਵਿਰੋਧ ਕਰਦੇ ਰਹੇ, ਉਹਨਾਂ ਦੇ ਸਿਰ ਮੌਤ ਹੀ ਆਈ ਹੈ। ਆਗੇ ਸੁਨੋ ਤਿਮੇ ਤੁਮ ਭਾਈ, ਖਾਲਸੇ ਪੰਥ ਦੀ ਚੜ੍ਹਦੀ ਕਲਾ ਤੇ ਖਾਲਸੇ ਪੰਥ ਦੇ ਨਿੰਦਕਾਂ ਦਾ ਕਿਵੇਂ ਖਾਤਮਾ ਹੋਇਆ, ਉਹ ਆਪਾਂ ਹੁਣ ਸਰਵਣ ਕਰਦੇ ਰਵਾਂਗੇ। ਦੋਹਰਾ ਏਕ ਸਮੇਂ ਸ੍ਰੀ ਸਤਿਗੁਰੂ ਦਏ, ਖੁਸ਼ੀਆਂ ਪੁਰੇ ਆਨੰਦ। ਹੁਣ ਖਾਲਸਾ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਸਾਖੀ ਆ ਇਤਿਹਾਸ ਦੇ ਵਿੱਚ। ਉਹ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਦੱਸਦੇ ਨੇ ਕਿ ਇੱਕ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਭਾਇਮਾਨ ਹੋ ਕਰਕੇ ਖੁਸ਼ੀਆਂ ਵੰਡ ਰਹੇ ਸਨ। ਉੱਪਰ ਬਿਰਾਜੇ ਦਮਦਮੇ ਜੈਸੇ ਸਸ ਸਿਉ ਰਵ ਚੰਦ, ਕਹਿੰਦੇ ਜਿਸ ਤਰ੍ਹਾਂ ਸੂਰਜ ਤੇ ਚੰਦਰਮਾ ਦਾ ਪ੍ਰਕਾਸ਼ ਚਾਨਣ ਕਰਦਾ ਹੈ, ਕਹਿੰਦੇ ਐਸਾ ਪ੍ਰਕਾਸ਼ ਸੀ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਦੇ ਉੱਤੇ ਕਿ ਲੱਖਾਂ ਸੂਰਜਾਂ ਲੱਖਾਂ ਚੰਦਰਮਾਹਾਂ ਦਾ ਪ੍ਰਕਾਸ਼ ਵੀ ਫਿੱਕਾ ਪੈ ਰਿਹਾ ਸੀ। ਜੋ ਪਈ ਤੋ ਇੱਕ ਸਿੱਖ ਨੇ ਉਠ ਹੱਥ ਜੋਰੇ, ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦਾ ਦੀਵਾਨ ਲੱਗਾ ਤੇ ਇੱਕ ਗੁਰੂ ਕਾ ਸਿੱਖ ਸੰਗਤ ਵਿੱਚ ਬੈਠਾ ਸੀ। ਕਹਿੰਦੇ ਇੱਕੋ ਦਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਖੜਾ ਹੋ ਗਿਆ। ਹੈ ਮੋਏ ਘਰ ਪੱਕਣ ਕੀ ਲੋੜ, ਕਹਿੰਦਾ ਮਹਾਰਾਜ ਮੇਰਾ ਘਰ ਬਹੁਤ ਕੱਚਾ ਹੈ, ਮੇਰਾ ਘਰ ਮਿੱਟੀ ਦਾ ਬਣਿਆ ਹੈ ਤੇ ਮੈਂ ਚਾਹੁੰਦਾ ਹਾਂ ਮੈਨੂੰ ਪੱਕਾ ਘਰ ਮਿਲ ਜਾਵੇ। ਉਸ ਪਲਰਨ ਮਦ ਹਮ ਤਾਂ ਰਹਿਤ, ਸੱਚੇ ਪਾਤਸ਼ਾਹ ਉਹ ਤੇ ਪਰਾਲੀ ਦੇ ਨਾਲ ਕਿਤੇ ਮਿੱਟੀ ਦੇ ਨਾਲ ਇਸ ਤਰ੍ਹਾਂ ਲੇਪਾ ਪੋਚੀ ਕਰ ਕਰਕੇ ਕੱਚਾ ਘਰ ਬਣਾਇਆ ਹੈ। ਬਹੁ ਹਮਾਰੀ ਘਰ ਪੱਕੇ ਰਚਹਿਤ, ਤੇ ਹੁਣ ਮੇਰੇ ਬੱਚੇ ਦਾ ਵਿਵਾਹ ਵੀ ਹੋਇਆ ਤੇ ਬੱਚੇ ਚਾਹੁੰਦੇ ਨੇ ਕਿ ਪੱਕਾ ਘਰ ਮਿਲ ਜਾਵੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ ਕਿ ਮੈਨੂੰ ਇੱਕ ਸੋਹਣਾ ਜਿਹਾ ਘਰ ਦੇ ਦਿਓ। ਤੋ ਸਤਿਗੁਰੂ ਸਹਸ ਫੁਰਮਾਇਓ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੋਂ ਹੱਸ ਕੇ ਮੁਸਕਰਾ ਕੇ ਉਸ ਸਿੱਖ ਵੱਲ ਵੇਖ ਕੇ ਕਹਿਣ ਲੱਗੇ, ਉਸ ਪਲਸ ਦੇ ਹੋ ਅਗਨ ਜਲਾਇਓ। ਮਹਾਰਾਜ ਕਹਿੰਦੇ ਜਿਹੜਾ ਤੇਰਾ ਕੱਚਾ ਘਰ ਹੈ ਨਾ, ਗੁਰੂ ਕਿਹਾ ਸਿੱਖਾ ਜਾ ਕਰਕੇ ਉਸ ਕੱਚੇ ਘਰ ਨੂੰ ਅੱਗ ਲਾ ਦੇ। ਖਾਲਸਾ ਜੀ ਵੇਖੋ, ਜਦੋਂ ਗੁਰੂ ਨੇ ਕੁਝ ਦੇਣਾ ਹੋਵੇ ਨਾ ਤੇ ਸਤਿਗੁਰੂ ਪਹਿਲਾਂ ਪਰਖ ਕਰਦੇ ਨੇ। ਜਦੋਂ ਮਹਾਰਾਜ ਨੇ ਕੁਝ ਵੱਡਾ ਦੇਣਾ ਹੋਵੇ ਪਹਿਲਾਂ ਪਰਖ ਹੁੰਦੀ ਹੈ। ਜਦੋਂ ਸਾਡੇ ਤੇ ਮਾੜਾ ਸਮਾਂ ਕਿਤੇ ਆ ਜਾਵੇ ਆਪਾਂ ਸੋਚਦੇ ਵੀ ਸੇਵਾ ਕਰਕੇ ਬਾਣੀ ਪੜ੍ਹ ਕੇ ਵੀ ਮਾੜਾ ਸਮਾਂ ਆ ਗਿਆ, ਪਰ ਉਹ ਮਾੜਾ ਸਮਾਂ ਨਹੀਂ ਹੁੰਦਾ। ਸਤਿਗੁਰੂ ਪਰਖ ਕਰਦੇ ਨੇ ਕਿ ਸਿੱਖ ਕਿਤੇ ਭੱਜ ਕੇ ਜਾਂਦਾ ਤੇ ਨਹੀਂ, ਕਿਤੇ ਭਟਕਦਾ ਤੇ ਨਹੀਂ। ਹੁਣ ਸਤਿਗੁਰੂ ਦੇ ਕੋਲ ਗਿਆ ਘਰ ਦੀ ਅਰਦਾਸ ਕਰਨ ਵਾਸਤੇ ਕਿ ਪੱਕਾ ਘਰ ਮਿਲ ਜਾਵੇ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੱਕਾ ਘਰ ਦੇਣ ਦੀ ਬਜਾਏ ਪਰਚਾ ਪਾ ਦਿੱਤਾ। ਮਹਾਰਾਜ ਕਹਿੰਦੇ ਪਹਿਲਾਂ ਜਿਹੜਾ ਤੇਰਾ ਕੱਚਾ ਘਰ ਰਹਿਣਾ, ਜਾ ਕਰਕੇ ਕੱਚੇ ਘਰ ਨੂੰ ਅੱਗ ਲਾ ਕੇ ਫੂਕ ਦੇ। ਸੁਣਤ ਸਿੱਖ ਘਰ ਕੋਠ ਧਾਇਆ, ਪਰ ਵੇਖੋ ਭਰੋਸਾ ਵੀ ਕਿੰਨਾ ਕਿ ਹੋਵੇਗਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਵਿੱਚ ਉਹ ਸਿੱਖ ਦਾ ਕਿ ਜਦੋਂ ਮਹਾਰਾਜ ਨੇ ਕਿਹਾ ਜਾ ਕੇ ਘਰ ਨੂੰ ਫੂਕ ਦੇ ਅੱਗ ਲਾ ਕੇ, ਕਹਿੰਦੇ ਬਸ ਇਹ ਬਚਨ ਸੁਣਿਆ ਤੇ 7 ਬਚਨ ਸਾਧੂ ਉਪਦੇਸ਼, 7 ਤੇ ਜਨ ਜਾ ਕੇ ਹਿਰਦੈ ਪ੍ਰਵੇਸ਼, ਕਹਿੰਦੇ ਮੱਥਾ ਟੇਕ ਕਰਕੇ ਘਰ ਵੱਲ ਦੌੜ ਗਿਆ। ਲੋਕ ਗਵਾਂਡਣ ਆਖ ਸੁਣਾਇਆ, ਤੇ ਜਦੋਂ ਖਾਲਸਾ ਜੀ ਘਰ ਨੂੰ ਅੱਗ ਲਾਉਣ ਲੱਗਾ ਤੇ ਗਵਾਂਢੀ ਇਕੱਠੇ ਹੋ ਕਰਕੇ ਕਹਿਣ ਲੱਗੇ, ਓਟ ਪੋਟ ਉਸ ਲੋਕਨ ਕਿਹੋ, ਕਹਿੰਦੇ ਨੇ ਫਿਟੇ ਮੂੰਹ
ਇਸ ਤਰ੍ਹਾਂ ਉਹਨੂੰ ਭੱਦੀ ਸ਼ਬਦਾਵਲੀ ਬੋਲਦੇ, ਕਹਿੰਦੇ ਤੂੰ ਤਾਂ ਪਾਗਲ ਹੋ ਗਿਆ ਜਿਹੜਾ ਆਪਣੇ ਘਰ ਨੂੰ ਅੱਗ ਲਾ ਰਿਹਾ ਹੈ। ਆਪਣੋ ਘਰ ਕਿਮ ਫੂਕਨ ਡਹਿਓ, ਦੱਸ ਸੰਸਾਰ ਤੇ ਕੌਣ ਹੈ ਜਿਹੜਾ ਆਪਣੇ ਘਰ ਨੂੰ ਅੱਗ ਲਾਉਂਦਾ ਹੈ। ਤਬ ਸਿੱਖ ਨੇ ਸਭ ਬਾਤ ਜਤਾਈ, ਤੇ ਗਵਾਂਢੀਆਂ ਦੀ ਗੱਲ ਸੁਣ ਕੇ ਵੀ ਗੁਰੂ ਕਾ ਸਿੱਖ ਡੋਲਿਆ ਨਹੀਂ। ਗਵਾਂਢੀਆਂ ਵੱਲ ਵੇਖ ਕੇ ਗੁਰੂ ਕਾ ਸਿੱਖ ਕਹਿਣ ਲੱਗਾ, ਅਮਰੇ ਗੁਮਮ ਦੇਉ ਫਰਮਾਈ, ਕਹਿਣ ਲੱਗਾ ਮੈਨੂੰ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਘਰ ਨੂੰ ਅੱਗ ਲਾ ਦੇ। ਮੇਰੇ ਗੁਰੂ ਦਾ ਹੁਕਮ ਹੈ ਮੈਂ ਤੇ ਹੁਣ ਅੱਗ ਹੀ ਲਾਵਾਂਗਾ। ਮੋਏ ਕਰ ਕੱਚਿਓਂ ਪੱਕੇ ਹੋਏ ਆਵੇ, ਤੇ ਮੈਨੂੰ ਭਰੋਸਾ ਹੈ ਜੇ ਮੈਂ ਇਸ ਕੱਚੇ ਘਰ ਨੂੰ ਅੱਗ ਲਾਵਾਂਗਾ ਤੇ ਕੱਲੇ ਕੱਚੇ ਘਰ ਨੂੰ ਅੱਗ ਨਹੀਂ ਲਾਵਾਂਗਾ, ਆਪਣੇ ਮਾੜੇ ਕਰਮਾਂ ਨੂੰ ਵੀ ਅੱਗ ਲਾ ਲਾਂਗਾ। ਤੇ ਜਦੋਂ ਮੇਰੇ ਮਾੜੇ ਕਰਮ ਸੜ ਕੇ ਸੁਆਹ ਹੋ ਜਾਣਗੇ, ਗੁਰੂ ਦੀ ਕਿਰਪਾ ਨਾਲ ਮੈਨੂੰ ਘਰ ਵੀ ਮਿਲ ਜਾਵੇਗਾ। ਹਮ ਤੋ ਅਬ ਹੀ ਅਗਨ ਲਗਾਵੇ, ਤੇ ਇਸ ਕਰਕੇ ਹੁਣ ਤਾਂ ਮੈਂ ਗੁਰੂ ਦੇ ਹੁਕਮ ਨੂੰ ਮੰਨਦੇ ਹੋਏ ਘਰ ਨੂੰ ਅੱਗ ਜ਼ਰੂਰ ਲਾਵਾਂਗਾ। ਸਿੱਖ ਗਵਾਂਢਨ ਝਗੜਾ ਪਰਿਓ, ਪਰ ਕਹਿੰਦੇ ਜਿਹੜੇ ਗਵਾਂਢੀ ਸੀ ਉਹ ਝਗੜਾ ਵੀ ਕਰਦੇ ਕਿ ਤੂੰ ਤਾਂ ਪਾਗਲ ਹੋ ਗਿਆ ਹੈ। ਤੋ ਲੋ ਸਿੱਖ ਉਸ ਕੂਚਾ ਫਰਿਓ, ਕਹਿੰਦੇ ਖਾਲਸਾ ਜੀ ਉਹ ਸਿੱਖ ਕਿਸੇ ਦੀ ਨਹੀਂ ਸੁਣਦਾ, ਆਪਣੇ ਘਰ ਵੱਲ ਵੱਧ ਕੇ ਅੱਗ ਲਾਉਣ ਲੱਗਾ। ਦੋਹਰਾ ਲੈ ਲੈ ਨੱਠੇ ਸੋਜ ਸਭ ਕਰਕੇ ਬੜੀ ਪੁਕਾਰ, ਹੁਣ ਜਦੋਂ ਵੇਖਿਆ ਲੋਕਾਂ ਨੇ ਵੀ ਇਹ ਤਾਂ ਟਲਦਾ ਨਹੀਂ, ਅੱਗ ਲਾ ਕੇ ਹਟੇਗਾ। ਦੂਜਿਆਂ ਦੇ ਵੀ ਘਰ ਕੱਚੇ ਸੀ, ਕਹਿੰਦੇ ਉਹਨਾਂ ਕਿਹਾ ਵੀ ਇਹਨੇ ਅੱਗ ਲਾਉਣੀ ਹੈ, ਘਰ ਸਾਡੇ ਵੀ ਸੜਨੇ ਨੇ। ਜਿਹਦੇ ਹੱਥ ਜਿਹੜਾ ਸਮਾਨ ਆਇਆ ਘਰਾਂ ਤੋਂ ਲੈ ਕੇ ਬਾਹਰ ਨੂੰ ਭੱਜਣ ਲੱਗਾ। ਕਿਛ ਨਿਕਲੀ ਕਿਛ ਮਦ ਰਹੀ ਭਈ ਕਰਨ ਕੀ ਸ਼ਾਰ, ਹੁਣ ਕਈਆਂ ਨੇ ਸਮਾਨ ਘਰ ਦਾ ਚੁੱਕ ਲਿਆ ਤੇ ਕਈਆਂ ਦਾ ਘਰਾਂ ਵਿੱਚ ਰਹਿ ਗਿਆ, ਪਰ ਸਾਰੇ ਉਸ ਸਿੱਖ ਨੂੰ ਪਾਗਲ ਕਹਿੰਦੇ ਕਹਿੰਦੇ ਬਾਹਰ ਨੂੰ ਦੌੜਨ ਲੱਗੇ। ਜੋ ਪਈ ਘਰ ਕੋ ਫੂਕ ਸਿੱਖ ਗੁਰ ਪੈ ਆਤਾਇਓ, ਤੇ ਕਹਿੰਦੇ ਉਧਰੋਂ ਗੁਰੂ ਕੇ ਸਿੱਖ ਨੇ ਧੰਨ ਗੁਰੂ ਗੋਬਿੰਦ ਸਿੰਘ ਦਾ ਨਾਂ ਲੈ ਕਰਕੇ ਘਰ ਨੂੰ ਅੱਗ ਲਾ ਦਿੱਤੀ ਤੇ ਘਰ ਸਾਰਾ ਸੜ ਕੇ ਸੁਆਹ ਹੋ ਗਿਆ। ਜਦੋਂ ਘਰ ਸੜ ਗਿਆ ਤੇ ਵਾਪਸ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵੱਲ ਭੱਜਿਆ। ਗਿਰਿਓ ਰਾ ਕਿਛ ਦਰਬ ਉਨ ਪਾਇਓ, ਕਹਿੰਦੇ ਬੜੀ ਕਾਹਲੀ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਭੱਜਦਾ, ਕਹਿੰਦੇ ਭੱਜਦਾ ਭੱਜਦਾ ਖਾਲਸਾ ਜੀ ਰਾਹ ਵਿੱਚ ਗਿਰ ਗਿਆ। ਤੇ ਜਦੋਂ ਰਾਹ ਵਿੱਚ ਗਿਰਿਆ ਉੱਥੋਂ ਕਹਿੰਦੇ ਇੱਕ ਬਹੁਤ ਮਾਇਆ ਦਾ ਭਰਿਆ ਹੋਇਆ ਘੜਾ ਮਿਲਿਆ। ਤੇ ਜਦੋਂ ਘੜਾ ਵੇਖਿਆ ਉਹਨੇ ਘੜਾ ਚੁੱਕ ਲਿਆ ਵੀ ਇਹ ਵੀ ਜਾ ਕੇ ਗੁਰੂ ਨੂੰ ਦੇ ਦਿਆਂਗਾ। ਦੇਖ ਭਾਲ ਉਨ ਸੋ ਉਠਾਇਓ, ਕਹਿੰਦੇ ਨੇ ਵੇਖਿਆ ਆਲੇ ਦੁਆਲੇ ਕਿ ਕਿਸੇ ਦੀ ਮਾਇਆ ਤੇ ਨਹੀਂ, ਪੁੱਛਿਆ ਵੀ ਲੋਕਾਂ ਨੂੰ, ਪਰ ਲੋਕ ਕਹਿਣ ਲੱਗੇ ਕਿ ਸਾਡੀ ਨਹੀਂ ਮਾਇਆ। ਤੇ ਕਹਿਣ ਲੱਗਾ ਚਲੋ ਮੈਂ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਜਾ ਰਿਹਾ, ਜਾ ਕੇ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਭੇਟਾ ਹੀ ਰੱਖ ਦਿਆਂਗਾ। ਕਾਕੋ ਮਾਲਕ ਕੋ ਨਾ ਆਇਓ, ਖਾਲਸਾ ਜੀ ਇਸ ਤਰ੍ਹਾਂ ਸਿੱਖ ਨੇ ਵਿਚਾਰ ਕੀਤੀ ਵੀ ਇਸ ਮਾਇਆ ਦਾ ਇੱਥੇ ਦੁਨੀਆ 'ਚ ਕੋਈ ਮਾਲਕ ਨਹੀਂ, ਇਸ ਕਰਕੇ ਮਾਇਆ ਦਾ ਮਾਲਕ ਤੇ ਕਲਗੀਧਰ ਸੁਆਮੀ ਹੈ। ਸੋ ਲੈ ਸਿੱਖ ਸਤਿਗੁਰ ਪੈ ਗਿਓ, ਤੇ ਮਾਇਆ ਲੈ ਕਰਕੇ ਘਰ ਨੂੰ ਅੱਗ ਲਾ ਕਰਕੇ ਸਿੱਖ ਗੁਰੂ ਕੋਲ ਚਲਿਆ ਗਿਆ। ਪਰ ਵੇਖੋ ਕਿੰਨਾ ਭਰੋਸਾ ਕਿ ਮਹਾਰਾਜ ਨੇ ਕਿਹਾ ਅੱਗ ਲਾ ਦੇ ਤੇ ਅੱਗ ਲਾ ਦਿੱਤੀ। ਗਵਾਂਢੀਆਂ ਨੇ ਡੱਕਿਆ ਫਿਰ ਵੀ ਨਹੀਂ ਖਾਲਸਾ ਜੀ ਪਿੱਛੇ ਹਟਿਆ। ਅੱਗ ਲਾ ਕੇ ਮਹਾਰਾਜ ਵੱਲ ਵਧਿਆ, ਰਾਹ ਵਿੱਚ ਮਾਇਆ ਮਿਲੀ ਤਾਂ ਵੀ ਲਾਲਚੀ ਨਹੀਂ ਹੋਇਆ, ਬੇਈਮਾਨ ਨਹੀਂ ਹੋਇਆ ਕਿ ਮੈਨੂੰ ਮਾਇਆ ਮਿਲ ਗਈ ਸ਼ਾਇਦ ਮਹਾਰਾਜ ਨੇ ਦਿੱਤੀ ਹੋਵੇ ਤੇ ਘਰ ਨੂੰ ਵਾਪਸ ਪਰਤ ਜਾ। ਮਾਇਆ ਵੇਖ ਕੇ ਬੇਈਮਾਨ ਨਹੀਂ ਹੋਇਆ। ਗੁਰੂ ਨੇ ਕਿੰਨਾ ਪਰਚਾ ਪਾਇਆ, ਕਹਿੰਦੇ ਮਾਇਆ ਵੀ ਲੈ ਕਰਕੇ ਕਲਗੀਆਂ ਵਾਲੇ ਕੋਲ ਪਹੁੰਚ ਗਿਆ। ਆਗੇ ਧਰ ਸਿੱਖ ਠਾਡਾ ਭਿਓ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਮਾਇਆ ਧਰ ਕੇ ਨਾ, ਕਹਿੰਦੇ ਜਿਹਦੇ ਘਰ ਨੂੰ ਅੱਗ ਲੱਗੀ ਹੋਵੇ ਉਹ ਹੱਸਦਾ ਨਹੀਂ, ਮੁਸਕਰਾਉਂਦਾ ਨਹੀਂ। ਕਹਿੰਦੇ ਮਾਇਆ ਧਰ ਕੇ ਤੇ ਬੜੇ ਚਾਅ ਦੇ ਨਾਲ ਸਤਿਗੁਰੂ ਨੂੰ ਫਤਿਹ ਬੁਲਾ ਕੇ ਕਹਿਣ ਲੱਗਾ, ਕਹਿੰਦਾ ਪਾਤਸ਼ਾਹ ਮੈਂ ਤੁਹਾਡਾ ਬਚਨ ਪਾਲ ਆਇਆ, ਅੱਗ ਲਾ ਆਇਆ। ਤਬ ਸਤਿਗੁਰ ਸਿੱਖ ਕੇਹੋ ਉਚਾਰ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾ ਕੇ ਹੱਸ ਕੇ ਕਹਿਣ ਲੱਗੇ, ਜਾਏ ਸੁਦਾਮੇ ਜਿਉ ਧਾਮ ਸਵਾਰ, ਕਹਿੰਦੇ ਜਿਸ ਤਰ੍ਹਾਂ ਕ੍ਰਿਸ਼ਨ ਨੇ ਸੁਦਾਮੇ ਦਾ ਘਰ ਬਣਾਇਆ, ਸਿੱਖਾ ਤੇਰਾ ਘਰ ਸੁਦਾਮੇ ਤੋਂ ਵੀ ਵਧੀਆ ਬਣੇਗਾ। ਤਬ ਸਿੱਖ ਨੇ ਆਏ ਆਵੇ ਲਗਾਏ, ਖਾਲਸਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਸਿੱਖਾ ਇਹ ਮਾਇਆ ਤੇ ਸਾਡੀ ਹੈ, ਅਸੀਂ ਤਾਂ ਤੇਰੀ ਪਰਖ ਕਰਨ ਵਾਸਤੇ ਰਸਤੇ ਵਿੱਚ ਸਿੱਖਾਂ ਕੋਲੋਂ ਰਖਵਾ ਦਿੱਤੀ ਸੀ ਕਿ ਵੇਖਦੇ ਆਂ ਘਰ ਨੂੰ ਅੱਗ ਲਾ ਕਰਕੇ ਮਾਇਆ ਵੇਖ ਕੇ ਬੇਈਮਾਨ ਹੋਵੇਗਾ ਕਿ ਨਹੀਂ। ਪਰ ਤੂੰ ਗੁਰੂ ਨਾਨਕ ਦੇ ਘਰ ਦੀ ਪਰਖ ਦੇ ਵਿੱਚ ਪੂਰਾ ਉਤਰ ਆਇਆ। ਆ ਗੁਰੂ ਨਾਨਕ ਦੇ ਘਰ ਦੀ ਮਾਇਆ ਤੂੰ ਲੈ ਜਾ ਤੇ ਜਾ ਕਰਕੇ ਆਪਣਾ ਘਰ ਬਣਾ ਲੈ।
ਮਾਇਆ ਇੰਨੀ ਸੀ ਕਿ ਖਾਲਸਾ ਜੀ ਉਹਨੇ ਆਪਣੇ ਆਵੇ ਲਾਏ। ਆਵੇ ਤੋਂ ਭਾਵ ਜਿਵੇਂ ਅੱਜ ਪੱਠੇ ਹੁੰਦੇ ਇੱਟਾਂ ਬਣਾਉਣ ਵਾਸਤੇ, ਇਸ ਤਰ੍ਹਾਂ ਉਹਨੇ ਆਵਾ ਲਗਾ ਲਿਆ। ਰਾਜ ਸਦ ਗ੍ਰਹਿ ਤੁਰਤ ਤੇ ਚਣਾਏ। ਖਾਲਸਾ ਜੀ ਮਿਸਤਰੀ ਬੁਲਾ ਕਰਕੇ ਵੇਖਦੇ ਵੇਖਦੇ ਹੀ ਘਰ ਦੀ ਉਸਾਰੀ ਸ਼ੁਰੂ ਕਰ ਦਿੱਤੀ। ਜਿਨ ਗ੍ਰਹਿ ਸੰਗ ਕੱਚੇ ਜਲ ਤੇ ਗਏ। ਕਹਿੰਦੇ ਜਿਹੜੇ ਉਹਨੂੰ ਮਨਾ ਕਰਦੇ ਸੀ ਨਾ ਕਿ ਤੂੰ ਗੁਰੂ ਦੇ ਪਿੱਛੇ ਲੱਗ ਕਰਕੇ ਘਰ ਨੂੰ ਅੱਗ ਲਾਈ ਜਾਣਾ, ਤੂੰ ਪਾਗਲ ਆ, ਤੈਨੂੰ ਘਰ ਦੁਬਾਰਾ ਨਹੀਂ ਮਿਲਣਾ। ਕਹਿੰਦੇ ਜਦੋਂ ਸਿੱਖ ਦਾ ਘਰ ਬਣ ਰਿਹਾ ਸੀ, ਜਿਨ੍ਹਾਂ ਦੇ ਘਰਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਤੈਨੂੰ ਘਰ ਮਿਲੇਗਾ, ਤੇ ਨਾਲ ਦੇ ਗਵਾਂਢੀ ਸਿੱਖ ਦੇ ਘਰ ਨੂੰ ਸੋਚਣ ਲੱਗੇ। ਸਬਬ ਪਾਏ ਓ ਇਮਕੇ ਭਏ। ਖਾਲਸਾ ਜੀ ਉਸ ਦੇ ਘਰ ਨੂੰ ਵੇਖ ਕਰਕੇ ਸੋਚਦੇ ਆ ਕਿ ਇਹਦੇ ਤੇ ਭਾਗ ਜਾਗ ਗਏ। ਅਗਨ ਸੇਕ ਜਿਸ ਘਰ ਕੋ ਆਇਓ। ਤੇ ਕਹਿੰਦੇ ਜਿਨ੍ਹਾਂ ਦੇ ਘਰ ਨੂੰ ਥੋੜਾ ਥੋੜਾ ਸੇਕ ਲੱਗਾ ਸੀ ਨਾ ਅੱਗ ਦਾ ਗਵਾਂਢੀਆਂ ਨੂੰ, ਉਹ ਫਿਰ ਆਪਣੇ ਘਰ ਵੱਲ ਵੇਖ ਕਰਕੇ ਸੋਚਦੇ ਨੇ, ਇਸ ਕੋ ਪੀਤ ਹੈ ਮਾਲ ਮਹਿਲ ਬਣਵਾਇਓ। ਸੋਚਦੇ ਆ ਕਿ ਕਲਗੀਆਂ ਵਾਲਿਆ ਕਿਤੇ ਸਾਡਾ ਵੀ ਘਰ ਤੂੰ ਮਹਿਲ ਬਣਾ ਦਿੰਦਾ। ਲੋਕ ਕਰੇ ਕਈ ਪਛੋਤਾਈ। ਤੇ ਜਿਹੜੇ ਪਹਿਲਾਂ ਉਹਨੂੰ ਕਹਿੰਦੇ ਸੀ ਕਿ ਆਪਣੇ ਘਰ ਨੂੰ ਅੱਗ ਨਾ ਲਾ ਤੂੰ ਪਛਤਾਵੇਂਗਾ, ਕਹਿੰਦੇ ਉਹਦਾ ਤੇ ਕਲਗੀਆਂ ਵਾਲੇ ਨੇ ਮਹਿਲ ਬਣਾ ਦਿੱਤਾ। ਤੇ ਜਿਹੜੇ ਆਪਣੇ ਘਰਾਂ ਦਾ ਸਮਾਨ ਚੁੱਕ ਕੇ ਬਾਹਰ ਨੂੰ ਭੱਜੇ ਸੀ, ਗੁਰੂ ਤੇ ਸ਼ੰਕਾ ਕਰਦੇ ਸੀ, ਹੁਣ ਉਹ ਪਛਤਾਉਂਦੇ ਨੇ ਮਨ ਦੇ ਵਿੱਚ। ਹਮਨੇ ਕਿਉਂ ਨਾ ਅਗਨ ਲਗਾਈ। ਤੇ ਮਨ ਵਿੱਚ ਪਛਤਾਉਂਦੇ ਕਿ ਕਾਸ਼ ਅਸੀਂ ਵੀ ਘਰ ਨੂੰ ਅੱਗ ਲਾ ਲੈਂਦੇ, ਸਾਡਾ ਵੀ ਘਰ ਅੱਗ ਨਾਲ ਸੜਦਾ ਤੇ ਸਾਨੂੰ ਵੀ ਕਲਗੀਆਂ ਵਾਲੇ ਨੇ ਕਿਰਪਾ ਦੇ ਦੇਣੀ। ਸੋ ਖਾਲਸਾ ਜੀ ਇਹ ਤੇ ਉਸ ਵਿਰਲੇ ਤੇ ਹੁੰਦੀ ਹੈ ਜਿਹੜਾ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀ ਪਰਖ ਤੇ ਪੂਰਾ ਆ ਜਾਵੇ। ਸੋ ਇਸ ਕਰਕੇ ਜਦੋਂ ਗੁਰੂ ਕੋਲ ਮੰਗਣ ਜਾਈਏ ਨਾ, ਫਿਰ ਗੁਰੂ ਕੋਲ ਇਸ ਭਾਵਨਾ ਨਾਲ ਮੰਗਣ ਜਾਈਏ ਕਿ ਜੋ ਗੁਰੂ ਨੇ ਬਚਨ ਕਰ ਦਿੱਤਾ ਉਸ ਬਚਨ ਨੂੰ ਸੱਤ ਕਰਕੇ ਮੰਨੀਏ। ਤੇ ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਇੱਕ ਅਰਦਾਸ ਇਹ ਵੀ ਕਰਨੀ ਚਾਹੀਦੀ ਹੈ, ਪਾਤਸ਼ਾਹ ਅਸੀਂ ਅਣਜਾਣ ਹਾਂ, ਅਸੀਂ ਭੁੱਲੇ ਹਾਂ, ਭੁੱਲਣਹਾਰਾਂ ਤੂੰ ਕਿਰਪਾ ਕਰੀ, ਸਾਨੂੰ ਸੋਝੀ ਨਹੀਂ, ਅਸੀਂ ਅਲਪੱਗ ਜੀਵਾਂ, ਜਦੋਂ ਸੰਸਾਰ ਤੇ ਤੁਸੀਂ ਸਾਡੀ ਪਰਖ ਕਰੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਿਓ, ਅਸੀਂ ਪਰਖ ਦੇ ਵਿੱਚ ਪਾਰ ਨਹੀਂ ਹੋ ਸਕਦੇ, ਪਰ ਤੁਸੀਂ ਬਾਹ ਪਕੜ ਕਰਕੇ ਸਾਨੂੰ ਪਰਖ ਦੇ ਵਿੱਚੋਂ, ਇਮਤਿਹਾਨ ਦੇ ਵਿੱਚੋਂ ਪਾਰ ਕਰਾ ਦਿਓ। ਸੱਚੇ ਪਾਤਸ਼ਾਹ ਮੈਂ ਅਜਾਨ ਜਨ ਤਰਬੇ ਨਾ ਜਾਣੋ, ਬਾਪ ਬੀਠਲਾ ਬਾਹਾਂ ਦੇ, ਅਸੀਂ ਅਣਜਾਣ ਆ, ਪਰ ਤੁਸੀਂ ਸਾਡੀ ਬਾਹ ਪਕੜ ਕਰਕੇ ਇਮਤਿਹਾਨ ਦੇ ਵਿੱਚੋਂ, ਪਰਖ ਦੇ ਵਿੱਚੋਂ ਪਾਰ ਕਰਾ ਦਿਓ। ਸੋ ਜਿਹੜਾ ਸਤਿਗੁਰਾਂ ਦੀ ਪਰਖ ਦੇ ਵਿੱਚ ਪੂਰਾ ਉਤਰਦਾ ਖਾਲਸਾ ਜੀ, ਉਹ ਜੋ ਵੀ ਗੁਰੂ ਕੋਲੋਂ ਮੰਗਦਾ ਉਹਨੂੰ ਉਹ ਦਾਤ ਜ਼ਰੂਰ ਮਿਲਦੀ ਹੈ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ, ਨਾਮ ਨਾਲ ਚਿਤ ਜੋੜੀਏ, ਜੋ ਵੀ ਗੁਰੂ ਕੋਲੋਂ ਮੰਗਾਂਗੇ ਉਹ ਜ਼ਰੂਰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਕਿਰਪਾ ਕਰਨ। ਹੁਣ ਆਉਣ ਵਾਲੇ ਦਿਨਾਂ ਵਿੱਚ ਅੱਗੇ ਦੇ ਪ੍ਰਸੰਗ ਸਰਵਣ ਕਰਾਂਗੇ। ਬੋਲਦਿਆਂ ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਬਖਸ਼ ਲੈਣਾ। ਅਰਦਾਸ ਕਰਨੀ ਸੁਣਿਆ ਸੁਣਾਇਆ ਜੀਵਨ ਵਿੱਚ ਕਮਾ ਸਕੀਏ। ਤੇ ਆਪ ਸਭ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਖਾਲਸਾ ਜੀ ਖਾਲਸਾ ਪੰਥ ਦੇ ਨਵੇਂ ਸਾਲ ਮੁਤਾਬਕ, ਜੋ ਕਿ 1 ਚੇਤ ਨੂੰ ਨਵਾਂ ਸਾਲ ਗੁਰੂ ਕੇ ਸਿੱਖਾਂ ਦਾ ਚੜ੍ਹਨਾ ਹੈ, ਉਸ ਨਵੇਂ ਸਾਲ ਨੂੰ ਮੁੱਖ ਰੱਖਦਿਆਂ ਕੱਲ ਨੂੰ ਗੁਰਦੁਆਰਾ ਸਾਹਿਬ ਪਾਰਕ ਐਵਨਿਊ ਵਿਖੇ ਸਮਾਗਮ ਕਰਵਾਏ ਜਾ ਰਹੇ ਨੇ। ਆਪ ਸੰਗਤਾਂ ਨੇ ਹਾਜ਼ਰੀ ਭਰਨੀ ਤੇ ਜਿੰਨੇ ਚਾਹ ਦੇ ਨਾਲ ਆਪਾਂ ਸੰਸਾਰ ਦੇ ਸੰਸਾਰੀਆਂ ਦੇ ਨਵੇਂ ਸਾਲਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਖੁਸ਼ੀਆਂ ਮਨਾਉਂਦੇ ਆ, ਉਸ ਤੋਂ ਕਈ ਗੁਣਾ ਵੱਧ ਚਾਹ ਦੇ ਨਾਲ ਨਾਨਕਸ਼ਾਹੀ ਸੰਮਤ ਦੇ ਮੁਤਾਬਕ ਜੋ ਨਵਾਂ ਸਾਲ ਚੜ੍ਹਨਾ ਹੈ, ਆਪਣੇ ਪਰਿਵਾਰਾਂ ਦੇ ਨਾਲ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਬਖਸ਼ਿਸ਼ ਦਾ ਪਾਤਰ ਬਣਨਾ। ਤੇ ਨਾਲੇ ਜਿੱਥੇ ਨਵਾਂ ਸਾਲ ਚੜ੍ਹਨਾ ਹੈ ਉੱਥੇ ਹੀ ਖਾਲਸਾ ਜੀ 1 ਚੇਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ। ਉਹਨਾਂ ਸਮਾਗਮਾਂ ਦੇ ਵਿੱਚ ਵੀ ਆਪ ਜੀ ਨੇ ਸੋਮਵਾਰ ਨੂੰ ਹਾਜ਼ਰੀ ਭਰਨੀ। ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਨੂੰ ਨਮਸਕਾਰਾਂ ਕਰਨੀਆਂ। ਆਓ ਅਖੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣ ਦੇ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੀ ਪਿਆਰ ਸਹਿਤ ਉਚਾਰਨ ਕਰੋ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ, ਜਾ ਕੈ ਸਦਾ ਬਬੇਕ,
हे अपरंपार हर हरे है पी होवन हार। हे संत के सदा संग निधारा आधार। हे ठाकुर हों दासरो मैं निर्गुण गुण नहीं। नानक दीजै नाम दान राखो हियै। आए प्रभ शरणागति किरपा निध दयाल। एक अखर हर मन बसत नानक होत निहाल। कथा निता प्रत होत है सुनो सो सिंह सुजान। नानक गुरु गोबिंद सिंह जी सदा करें कल्याण। नानक गुरु गोबिंद सिंह जी सदा करें कल्याण। वाहिगुरु जी का खालसा वाहिगुरु जी की फतेह। ਪਰਮ ਸਨਮਾਨਯੋਗ ਗੁਰੂ ਸਾਧ ਸੰਗਤ ਜੀ, ਆਪ ਜੀ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਗੁਰੂ ਇਤਿਹਾਸ ਸਰਵਣ ਕਰਵਾ ਸੰਸਕਾਰ ਜੋ ਗਿਆਨੀ ਸੁਖਜੀਤ ਸਿੰਘ ਜੀ ਕਨਈਆ ਬਾਬਾ ਬੁੱਢਾ ਦਾ 96 ਕਰੋੜੀ ਸਮੂਹ ਸੰਗਤ ਅਤੇ ਪ੍ਰਬੰਧ ਵੱਲੋਂ